ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 198 ਤੇ ਉੱਤੋਂ ਤੀਸਰੀ ਪੰਕਤੀ ਹੈ। ਗੌੜੀ ਮਹਿਲਾ ਪੰਜਵਾਂ। ਰਾਗ ਦਾ ਨਾਮ ਹੈ ਗੌੜੀ। ਮਹਿਲਾ ਪੰਜਵਾਂ ਦਾ ਮਤਲਬ ਪੰਚਮ ਪਾਤਸ਼ਾਹ ਦੀ ਬਾਣੀ ਹੈ, ਗੁਰੂ ਅਰਜਨ ਦੇਵ ਮਹਾਰਾਜ। ਪੰਚਮ ਪਾਤਸ਼ਾਹ ਫਰਮਾਨ ਕਰਦੇ ਨੇ, ਹਰ ਕੇ ਦਾਸ ਸਿਉ ਸਾਖਤ ਨਹੀਂ ਸੰਗ, ਉਹ ਬਿਖਈ ਉਸ ਰਾਮ ਕੋ ਰੰਗ। ਹਿੰਦੀ ਦਾ ਸ਼ਬਦ ਹੈ ਵਿਸ਼ਈ, ਵਿਸ਼ ਤੋਂ ਬਣਿਆ, ਵਿਸ਼ ਜ਼ਹਿਰ। ਉਹ ਤਾਂ ਪੰਜਾਬੀ 'ਚ ਬਣਨ ਵਾਲਾ ਬਿਖ ਜ਼ਹਿਰ, ਬਿਖਈ ਭਾਵ ਮਾੜੇ ਕੰਮ ਕਰਨ ਵਾਲਾ। ਹਰ ਕੇ ਦਾਸ ਸਿਉ ਸਾਖਤ ਨਹੀਂ ਸੰਗ, ਉਹ ਬਿਖਈ ਉਸ ਰਾਮ ਕੋ ਰੰਗ। ਇੱਕ ਪਾਸੇ ਤਾਂ ਹਰੀ ਦਾ ਦਾਸ ਹੈ, ਪਾਪ ਪਰਮਾਤਮਾ ਦਾ ਭਗਤ ਹੈ। ਦੂਜੇ ਪਾਸੇ ਸਾਖਤ ਹੈ, ਨਾਸਤਕ ਹੈ, ਮਨਮੁਖ ਹੈ। ਜਿਹੜਾ ਹਰੀ ਦਾ ਦਾਸ ਹੈ ਉਹ ਤਾਂ ਗੁਰਮੁਖ ਹੁੰਦਾ ਹੈ, ਅਤੇ ਦੂਜੇ ਲੋਕ ਫਿਰ ਮਨਮੁਖ ਹੁੰਦੇ ਨੇ। ਅਤੇ ਗੁਰਮੁਖ ਅਤੇ ਮਨਮੁਖ ਦਾ ਆਪਸ 'ਚ ਕੋਈ ਮੇਲ ਨਹੀਂ ਹੈ, ਨਾ ਵਿਚਾਰਾਂ ਦਾ ਮੇਲ, ਨਾ ਖਾਣ ਪੀਣ ਦਾ ਮੇਲ, ਨਾ ਰਹਿਣ ਸਹਿਣ ਦਾ ਮੇਲ। ਇਹਨਾਂ ਦਾ ਆਪਸ 'ਚ ਮੇਲ ਹੀ ਨਹੀਂ ਹੈ ਕੋਈ। ਕਿਉਂ? ਅੱਗੇ ਉਦਾਹਰਨ ਦਿੰਦੇ ਨੇ, ਉਹ ਬਿਖਈ ਜਿਹੜਾ ਮਨਮੁਖ ਹੈ ਉਹ ਤਾਂ ਵਿਸ਼ੇ ਵਿਕਾਰਾਂ 'ਚ ਲੱਗਾ ਰਹਿੰਦਾ ਹੈ, ਉਹ ਤਾਂ ਮਾੜੇ ਕੰਮਾਂ 'ਚ ਲੱਗਾ ਰਹਿੰਦਾ ਹੈ। ਉਹਦੀ ਸੋਚ ਹੈ ਈਟ ਡਰਿੰਕ ਐਂਡ ਬੀ ਮੈਰੀ, ਖਾਓ ਪੀਓ। ਉਸ ਰਾਮ ਕੋ ਰੰਗ। ਅਤੇ ਜਿਹੜਾ ਪਰਮਾਤਮਾ ਦਾ ਭਗਤ ਹੈ ਉਹਦਾ ਪਰਮਾਤਮਾ ਨਾਲ ਪਿਆਰ ਹੁੰਦਾ ਹੈ। ਜਿਹੜਾ ਮਨਮੁਖ ਹੈ ਉਹਦਾ ਵਿਸ਼ੇ ਵਿਕਾਰਾਂ ਨਾਲ ਪਿਆਰ ਹੈ। ਜਿਹੜਾ ਗੁਰਮੁਖ ਹੈ, ਜਿਹੜਾ ਭਗਤ ਹੈ, ਉਹਦਾ ਪਰਮਾਤਮਾ ਦੇ ਨਾਮ ਨਾਲ ਪਿਆਰ ਹੈ। ਇਸ ਲਈ ਦੋਨਾਂ ਦਾ ਮੇਲ ਕੋਈ ਨਹੀਂ। ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ। ਮਨ ਹਮੇਸ਼ਾ ਅਨਾੜੀ ਹੁੰਦਾ ਹੈ, ਮਨ ਭਲਾ ਨਹੀਂ ਹੁੰਦਾ। ਇਸ ਲਈ ਜਿਹੜੇ ਮਨ ਦੇ ਮਗਰ ਲੱਗਦੇ ਨੇ ਉਹਨੂੰ ਕਹਿੰਦੇ ਮਨਮੁਖ। ਉਹ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਨੇ, ਕਿਉਂਕਿ ਮਨ ਨੂੰ ਚੱਜ ਵਿਚਾਰ ਨਹੀਂ ਆਉਂਦਾ ਕੋਈ। ਸਾਡੇ ਮਨ ਨੇ ਸਾਨੂੰ ਹਮੇਸ਼ਾ ਗਲਤ ਸਲਾਹ ਦੇਣੀ ਹੁੰਦੀ ਹੈ। ਕਿਉਂ? ਇਹ ਜਨਮਾਂ ਜਨਮਾਂਤਰਾਂ ਤੋਂ ਮਾੜਾ ਸੋਚ ਕੇ, ਮਾੜੇ ਕਰਮ ਕਰਾ ਕੇ ਇਹ ਮੈਲਾ ਹੋ ਗਿਆ ਹੈ, ਭਾਵ ਘਟੀਆ ਹੋ ਗਿਆ ਹੈ। ਅਤੇ ਕੋਈ ਵੀ ਘਟੀਆ ਬੰਦਾ ਦੂਜੇ ਨੂੰ ਕਦੇ ਵਧੀਆ ਸਲਾਹ ਨਹੀਂ ਦਿੰਦਾ। ਅਤੇ ਮਨ ਹੈ ਘਟੀਆ, ਮਨ ਹੈ ਅਨਾੜੀ, ਮਨ ਹੈ ਕੁਚੱਜਾ। ਜੇ ਮੈਂ ਸਕੂਟਰ 'ਤੇ ਖਰੀਦ ਲਾਂ ਅਤੇ ਮੈਨੂੰ ਸਕੂਟਰ ਚਲਾਉਣੀ ਨਾ ਆਵੇ ਤਾਂ ਫਿਰ ਕਿਆ ਫਾਇਦਾ ਬਈ। ਘੋੜੀ ਤਾਂ ਸ਼ਿੰਗਾਰੀ ਹੋਈ ਹੈ, ਤੁਰੀ ਘੋੜੀ, ਘੋੜੀ ਦਾ ਕੋਲ ਸ਼ਿੰਗਾਰੀ ਹੋਈ ਹੈ, ਪਰ ਜੇ ਅਸਵਾਰ ਹੈ ਉਹ ਅਨਾੜੀ ਹੈ, ਉਹਨੂੰ ਘੋੜੀ 'ਤੇ ਚੜ੍ਹਦੇ ਨਹੀਂ ਆਉਂਦਾ, ਉਹਨੂੰ ਘੋੜੀ 'ਤੇ ਚੜ੍ਹਨਾ ਹੀ ਨਹੀਂ ਆਉਂਦਾ। ਮੇਰੇ ਕੋਲ ਸਾਈਕਲ ਹੋਵੇ ਅਤੇ ਮੈਨੂੰ ਸਾਈਕਲ 'ਤੇ ਚੜ੍ਹਨਾ ਨਾ ਆਵੇ ਤਾਂ ਫਿਰ ਵਿਅਰਥ ਹੈ ਨਾ। ਇਸ ਤਰ੍ਹਾਂ ਜਿਹੜੇ ਮਨਮੁਖਾਂ ਦੇ ਸੁਭਾਅ ਦੱਸੇ ਨੇ ਕਿ ਜੇ ਅਸਵਾਰ ਹੈ, ਸਵਾਰੀ ਕਰਨ ਵਾਲਾ ਹੈ, ਉਹੀ ਅਨਾੜੀ ਹੈ, ਉਹਨੂੰ ਹੀ ਚੱਜ ਨਹੀਂ ਹੈ, ਉਹਨੂੰ ਸਵਾਰੀ ਕਰਨ ਦੀ ਜਾਚ ਹੀ ਨਹੀਂ, ਤਾਂ ਸ਼ਿੰਗਾਰੀ ਹੋਈ ਘੋੜੀ ਵੀ ਕਿਹੜੇ ਕੰਮ ਦੀ ਹੈ। ਜਿਉਂ ਕਾ ਪੁਰਖ ਪੁਚਾਰੈ ਨਾਰੀ। ਕਾ ਪੁਰਖ ਖੁਸਰੇ ਨੂੰ ਕਹਿੰਦੇ। ਜਿਵੇਂ ਖੁਸਰਾ ਕਿਸੇ ਜਨਾਨੀ ਨੂੰ ਪਿਆਰ ਕਰੇ, ਵੀ ਉਹ ਕਿਵੇਂ ਕਰ ਸਕਦਾ, ਤਾਂ ਹੈ ਹੀ ਖੁਸਰਾ। ਬੈਲ ਕੋ ਨੇਤਰਾ ਪਾਏ ਦੁਹਾਵੇ। ਆਮ ਤੌਰ 'ਤੇ ਜਿੰਨਾ ਗਊਆਂ ਰੱਖੀਆਂ ਉਹਨਾਂ ਨੂੰ ਗਿਆਨ ਹੈ। ਪੁਰਾਣੀ ਜੋ ਦੇਸੀ ਗਊਆਂ ਹੁੰਦੀਆਂ ਸੀ, ਬੜੀ ਲੱਤਾਂ ਮਾਰਦੀਆਂ ਸੀ, ਦੁੱਧ ਚੋਂਦੇ ਸੀ। ਹੁਣ ਤਾਂ ਚਾਹੇ ਅੰਗਰੇਜ਼ੀ ਗਊਆਂ ਆ ਗਈਆਂ, ਸਾਊ ਨੇ, ਸੀਲ ਨੇ। ਜੋ ਦੇਸੀ ਗਊਆਂ ਹੁੰਦੀਆਂ ਸੀ ਇਹ ਕਈ ਵਾਰੀ ਸਾਰੀ ਬਾਲਟੀ ਡੋਲ ਦਿੰਦੇ ਦੁੱਧ ਦੀ, ਲੱਤ ਮਾਰ ਕੇ। ਇਸ ਲਈ ਫਿਰ ਇਹਨੂੰ ਰੱਸੀ ਬੰਨ੍ਹਦੇ ਸੀ ਲੱਤਾਂ ਨੂੰ, ਉਹਨੂੰ ਕਹਿੰਦੇ ਸੀ ਨੇਤਰਾ। ਹੁਣ ਜੇ ਬਲਦ ਨੂੰ ਕੋਈ ਨੇਤਰਾ ਬੰਨ੍ਹ ਕੇ ਚੋਣਾ ਚਾਹੇ ਵੀ, ਫਿਰ ਮੂਰਖਤਾ ਹੀ ਹੈ ਨਾ ਵੀ।
ਉਹਨੇ ਕੋਈ ਦੁੱਧ ਦੇਣਾ, ਕੋਈ ਦੁਹਾਵੇ ਮੈਨੇ ਚੋਣਾ। ਬੈਲ ਕੋ ਨੇਤਰਾ ਪਾਏ ਦੁਹਾਵੇ, ਬਲਦ ਨੂੰ ਕੋਈ ਪੈਰ ਲੱਤਾਂ ਦੇ ਰੱਸੀ ਬੰਨ੍ਹ ਕੇ ਉਹਨੂੰ ਚੋਣਾ ਚਾਹੇ। ਗਊ ਚਰ ਸਿੰਘ ਪਾਛੈ ਪਾਵੇ, ਗਾਂ 'ਤੇ ਚੜ੍ਹ ਕੇ ਸ਼ੇਰ ਦਾ ਸ਼ਿਕਾਰ ਕਰਨ ਜਾਏ ਕੋਈ, ਐਵੇਂ ਮਾਰਨਾ ਝਪਟਾ ਉਲਟਾ ਦੇਣਾ। ਭਾਵ ਪੁੱਠੇ ਕੰਮ ਕਰਨੇ ਨੇ। ਮਨਮੁਖ ਜਿਹੜਾ ਸਾਖਤ ਹੈ ਉਹਦੇ ਆਧਾਰਨਾ ਦਿੱਤੀ ਕਿ ਉਹਨੇ ਪੁੱਠੇ ਕੰਮ ਕਰਨੇ ਨੇ। ਗਾਡਰ ਲੈ ਕਾਮ ਧੇਨ ਕਰ ਪੂਜੀ, ਗਾਡਰ ਭੇਡ ਨੂੰ ਕਹਿੰਦੇ ਨੇ, ਗਡਰੀਏ ਹੁੰਦੇ ਨੇ ਭੇਡਾਂ ਪਾਲਦੇ ਨੇ। ਕਾਮ ਧੇਨ ਗਊ ਮੰਨੀ ਗਈ ਹੈ, ਜਿਹਦੇ ਕੋਲ ਖਲੋਈਏ ਤੇ ਜੋ ਮੰਗੀਏ ਉਹੀ ਮਿਲਦਾ ਹੈ। ਕਹਿੰਦੇ ਸਵਰਗ ਦੇ ਵਿੱਚ ਇੱਕ ਤੇ ਕਾਮ ਧੇਨ ਗਊ ਹੈ, ਇੱਕ ਕਲਪ ਬ੍ਰਿਛ ਹੈ, ਪਾਰ ਜਾਤ ਜਿਹਨੂੰ ਕਹਿੰਦੇ, ਉਹਨੂੰ ਪਾਰ ਜਾਤ ਵੀ ਕਹਿੰਦੇ ਨੇ, ਕਲਪ ਬ੍ਰਿਛ ਵੀ ਕਹਿੰਦੇ ਨੇ। ਉਸ ਦਰਖਤ ਦੇ ਕੋਲ ਖਲੋ ਕੇ ਮੰਗੀ, ਜੋ ਮੰਗੇ ਮਿਲਦਾ ਹੈ। ਸਿੱਖ ਧਰਮ ਕਹਿੰਦਾ ਪਰਮਾਤਮਾ ਦਾ ਨਾਮ ਹੀ ਤੁਹਾਡੇ ਲਈ ਕਾਮ ਧੇਨ ਗਊ ਹੈ, ਅਤੇ ਪਰਮਾਤਮਾ ਦਾ ਨਾਮ ਹੀ ਤੁਹਾਡੇ ਕਲਪ ਬ੍ਰਿਛ ਹੈ। ਸੋ ਉਹ ਭੇਡ ਨੂੰ ਕਾਮ ਧੇਨ ਗਊ ਸਮਝ ਕੇ ਉਹਦੀ ਪੂਜਾ ਕਰ ਰਿਹਾ ਹੈ। ਸੌਦੇ ਕੋ ਧਾਵੈ ਬਿਨ ਪੂੰਜੀ, ਪੈਸਾ ਕੋਲ ਕੋਈ ਨਹੀਂ, ਸੌਦਾ ਲੈਣ ਨੂੰ ਭੱਜਿਆ ਜਾਂਦਾ ਵੀ ਕਿਵੇਂ ਮਿਲੇਗਾ ਵੀ ਤੈਨੂੰ। ਇਸ ਲਈ ਕਹਿੰਦੇ ਹੇ ਇਨਸਾਨ, ਇਹੋ ਜਿਹੇ ਪੁੱਠੇ ਕੰਮ ਛੱਡ, ਤੂੰ ਕੀ ਕਰ, ਨਾਨਕ ਰਾਮ ਨਾਮ ਜਪ ਚੀਤ। ਹੇ ਇਨਸਾਨ, ਤੂੰ ਪਰਮਾਤਮਾ ਦਾ ਨਾਮ ਚਿੱਤ ਲਾ ਕੇ ਜਪ। ਸਿਮਰ ਸੁਆਮੀ ਹਰਸਾ ਮੀਤ, ਹਰੀ ਵਰਗਾ ਮਿੱਤਰ ਸੁਆਮੀ ਜਿਹੜਾ ਉਹਦਾ ਸਿਮਰਨ ਕਰ। ਪਰਮਾਤਮਾ ਤਾਂ ਸਾਡਾ ਮਿੱਤਰ ਹੈ, ਕਹਿੰਦਾ ਉਹਦਾ ਸਿਮਰਨ ਕਰ, ਚਿੱਤ ਲਾ ਕੇ ਪਰਮਾਤਮਾ ਦਾ ਨਾਮ ਜਪ। ਇਹ ਵਿਸ਼ੇ ਵਿਕਾਰਾਂ ਵਾਲੇ ਕੰਮ, ਇਹ ਪੁੱਠੇ ਕੰਮ ਛੱਡ, ਗੁਰਮੁਖਾਂ ਵਾਲੇ ਕੰਮ ਕਰ। ਗੌੜੀ ਮਹਿਲਾ ਪੰਜਵਾਂ। ਸਾਬਤ ਨਿਰਮਲ ਕਹੀਅਤ ਧੀਰ, ਰਾਮ ਰਸਾਇਣ ਪੀਵਤ ਬੀਰ। ਬੀਰ ਮਨ ਹੈ ਵੀਰ। ਹੇ ਭਰਾਵਾ, ਉਹ ਮਤ ਨਿਰਮਲ ਹੈ ਜਿਹੜੀ ਧੀਰਜਵਾਨ ਹੈ। ਅਗਰ ਸਾਡੇ 'ਚ ਸਬਰ ਸੰਤੋਖ ਹੀ ਨਹੀਂ ਤਾਂ ਇਹਦਾ ਮਤਲਬ ਜੇ ਸਾਡੀ ਕੋਈ ਗੱਲ ਨਹੀਂ ਬਣੀ, ਕਿਉਂਕਿ ਫਿਰ ਸਾਨੂੰ ਰਾਜੀ ਨਹੀਂ ਆਉਣਾ। ਬਿਨਾਂ ਸੰਤੋਖ ਨਾ ਕੋਊ ਰਾਜੈ। ਸਬਰ ਸੰਤੋਖ ਤੋਂ ਬਿਨਾਂ ਚਾਹੇ ਕਰੋੜਾਂ ਰੁਪਈਏ ਕੋਲ ਹੁਣ ਰੱਜ ਨਹੀਂ ਆਇਆ ਕਰਦਾ ਹੈਗਾ। ਇਸ ਲਈ ਉਹੀ ਮਤ ਨਿਰਮਲ ਹੈ ਜਿਹੜੀ ਮਤ ਧੀਰਜ ਵਾਲੀ ਹੈ। ਰਾਮ ਰਸਾਇਣ ਪੀਵਤ ਬੀਰ, ਇਹੋ ਜਿਹੜੀ ਮਤ ਹੈ ਉਹ ਨਾਮ ਰਸ ਨੂੰ ਪੀਂਦੀ ਹੈ। ਰਾਮ ਰਸਾਇਣ ਭਾਵ ਨਾਮ ਰਸ, ਉਹ ਨਾਮ ਰਸ ਨੂੰ ਪੀਂਦੀ ਹੈ। ਕਿਉਂਕਿ ਧੀਰਜ ਹੈ। ਆਪਾਂ ਕਾਲੇ ਪੈ ਜਾਂਦੇ ਹਾਂ, ਬਾਣੀ ਪੜ੍ਹਦੇ ਹਾਂ ਤਾਂ ਕਾਲੇ ਪੈ ਜਾਂਦੇ ਹਾਂ, ਸਿਮਰਨ ਕਰਦੇ ਹਾਂ ਤਾਂ ਕਾਲੇ ਪੈ ਜਾਂਦੇ ਹਾਂ ਵੀ ਸਾਨੂੰ ਪ੍ਰਾਪਤੀ ਛੇਤੀ ਹੋਵੇ। ਇਹ ਬੜੇ ਧੀਰਜ ਦਾ ਕੰਮ ਹੈ। ਇਹ ਕਾਹਲੀ ਕਾਹਲੀ ਕੁਛ ਨਹੀਂ ਮਿਲਣਾ। ਇਹ ਤਾਂ ਪਰਮਾਤਮਾ ਦੀ ਮਰਜ਼ੀ ਹੈ ਕਦੋਂ ਸਾਨੂੰ ਕੋਈ ਚੀਜ਼ ਦਿੰਦਾ। ਅਸੀਂ ਆਪਣੇ ਜ਼ੋਰ ਨਾਲ ਕੋਈ ਚੀਜ਼ ਪਰਮਾਤਮਾ ਤੋਂ ਨਹੀਂ ਲੈ ਸਕਦੇ। ਇਹ ਉਹਦੀ ਮਰਜ਼ੀ ਹੈ ਕੋਈ ਚੀਜ਼ ਕਦੋਂ ਦਿੰਦਾ ਹੈ। ਵੈਸੇ ਜੋ ਉਹਨੇ ਦੇਣਾ ਉਹਨੇ ਪਹਿਲੇ ਲਿਖ ਦਿੱਤਾ ਹੈ। ਜਿੰਨੇ ਅਸੀਂ ਬੈਠੇ ਹਾਂ ਸੰਸਾਰ 'ਚ, ਜਿੰਨੇ ਵੀ ਵਿਅਕਤੀ ਨੇ, ਸਭ ਦੀ ਕਿਸਮਤ ਪਰਮਾਤਮਾ ਨੇ ਲਿਖ ਕੇ ਭੇਜੀ ਹੋਈ ਹੈ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਆਹ ਕੁਛ ਮਿਲਣਾ। ਰੋਣਾ ਰੋਈ ਜਾਓ, ਪਿੱਟਣਾ ਪਿੱਟੀ ਜਾਓ, ਅਤੇ ਜਦੋਂ ਮਿਲਣਾ ਉਹ ਟਾਈਮ ਨਿਸ਼ਚਿਤ ਹੈ, ਉਦੋਂ ਜਾ ਕੇ ਮਿਲਣਾ ਹੈ, ਪਹਿਲਾਂ ਨਹੀਂ ਮਿਲਣਾ। ਸਮੇਂ ਤੋਂ ਪਹਿਲਾਂ ਕੁਛ ਨਹੀਂ ਮਿਲਣਾ, ਸਮਾਂ ਨਿਸ਼ਚਿਤ ਹੈ। ਜਿਹਦੇ ਭਾਗਾਂ 'ਚ ਪਰਮਾਤਮਾ ਦੀ ਪ੍ਰਾਪਤੀ ਲਿਖੀ ਹੋਈ ਹੈ ਉਹਨੂੰ ਇਸ ਜਨਮ ਵਿੱਚ ਪਰਮਾਤਮਾ ਮਿਲ ਜਾਣਾ ਹੈ। ਜਿਹੜਾ ਲਿਖਾ ਕੇ ਨਹੀਂ ਆਇਆ ਉਹਨੂੰ ਨਹੀਂ ਮਿਲੇਗਾ, ਚਾਹੇ ਪੁੱਠਾ ਲਟਕ ਕੇ ਵੀ ਭਜਨ ਬੰਦਗੀ ਕਰਦਾ ਰਹੇ। ਇਸ ਲਈ ਭਜਨ ਬੰਦਗੀ 'ਚ ਔਖੇ ਹੋਣ ਦੀ ਲੋੜ ਨਹੀਂ। ਜੋ ਵੀ ਕੰਮ ਕਰਨਾ ਸਹਿਜ ਸੁਭਾਅ ਕਰਦੇ ਰਹਿਣਾ। ਉਹ ਤਾਂ ਪਹਿਲੇ ਲਿਖਤਾ ਤੈਨੂੰ ਮਿਲੇਗਾ ਨਹੀਂ ਮਿਲੇਗਾ।
जे लिखता तेन नहीं मिलेगा बस नहीं मिलेगा। इस जन्म से भजन बंदगी करनी बस। बाकी जो भजन बंदगी का फल वो तो मिल ही जाना, वो तो नहीं ना एवं जाना। तुसी परमात्मा की प्राप्ति लिए भजन बंदगी की, पर जे परमात्मा नहीं मिलिया तो जिवें कहते हैं एक रुख 100 सुख। मान लो दरख्त असीं अंब का बीजा, किसी कारण अंब नहीं लगे, बाकी दरख्त जो 99 सुख ने तो मिल ही गए। आपां भजन बंदगी कर रहे हैं कि परमात्मा मिले, मान लो परमात्मा नहीं मिलिया, बाकी जो भजन बंदगी के फायदे ने वो तो मिलणगे मिलणगे, व्यर्थ तो कुछ भी नहीं जाना है। कोई भी कारज तुसी कर रहे हो, चंगा जा मंदा, उसने तुहानूं फल देना ही देना है, व्यर्थ कुछ नहीं जाया करता। इसलिए सहज सुभाअ भजन बंदगी करते रहीदा हुंदा। काले पिया छेती नहीं रब मिलना, काले पिया नहीं रब मिलना, रब दा मिलना समय ते आके। इसलिए धर्म दे विच काले नहीं पिया, वैसे किसी काम च भी काले नहीं चाहिए, काहल नहीं चाहिए। हेस्ट मेक्स वेस्ट, काली अगे टोए, काहल चाके कोई सहज सुभाअ करते रहना चाहिए। मजदूरां नूं देखो तुसीं, उन्होंने पता सी 8 घंटे काम करना, वो एक चाल उन्हां दी हुंदी है, उसे चाल नाल सारे दिन काम करते रहंदे। तो जो काली काली करो तो घंटे थक जान, तो मालिक की गल बैठ गया तू काम नहीं करता, सहज सुभाअ लगी रही। सानू उन्हां तो सिक्ख्या लै लैनी चाहिए, सानू भी सहज सुभाअ लगे रहना चाहिए। सो गुरु महाराज कहते हर के चरण हिरदय कर ओट, परमात्मा के चरणों के ओट आसरा लै। हुण तुसीं परमात्मा चरण, मैं कई बार तुहानूं दस्सिआ कि परमात्मा के चरण नहीं हुंदे, ये तो सानूं समझाउण लई है। परमात्मा के चरणों का मतलब परमात्मा का नाम। हर के चरण हिरदय कर ओट, हरि दे चरणों की हिरदे च ओट आसरा लै, परमात्मा के नाम का ओट आसरा लै। फिर की होएगा? जन्म मरण ते होवत छोट, जमन मरण तो तेरा छुटकारा हो जाएगा। क्योंकि जिथे जन्म है उथे मौत भी है, तो जन्म तो लैके मौत दे विच दुख भी हैं। चाहे गुरु बन के आ जाओ, चाहे पैगंबर बन के आ जाओ, कोई संत बन के आ जाओ, डाकू बन के आ जाओ, सुधारण बंदा बन के आ जाओ, दुख सुख दोनों जिंदगी च आने ही आने हैं। क्यों? हर एक इंसान नूं 2 ही कपड़े मिले हुए हैं, सुख दुख दोए दर कपड़े पहरे जाए मनुख। परमात्मा के दर तो पोशाक ही 2 मिली हैं। जे मान लो मेरे को सूट ही 2 ने, तो फिर एक पा लिया, तो फिर कुछ समय बाद वो ला धोने दे तो दूजा पा लिया। इसलिए जिंदगी कदे दुख कदे सुख, ये दोनों चलने ही चलने ने। चाहे तुम भजन बंदगी करते हो चाहे नहीं करते, ये दुख सुख तो आने ही आने ने। बड़े साल पहला मैं एक बार बीमार हो गया, रजिंदर अस्पताल दाखिल हो गया, 20-21 साल की गल है। जेड़ा आवे बाबा जी तुसीं तो इन्नी भजन बंदगी कर तुसीं बीमार हो गए। मैं अजे तुहानूं धर्म का ज्ञान नहीं होया, अजे धर्म का तुसीं समझदे जिहड़ा पाठ करदे हो बीमारी नहीं हुंदा। नहीं, ये शरीर अड चीज़ है, भजन बंदगी अड चीज़ है। मान लो मैं गंदा पानी पी लिया, घटिया पानी पी लिया, तो फिर बीमार होवांगी होवांगा, वो तो भजन बंदगी क्या करेगी भाई। मैं गलत मलत खा लिया तो मैंने उल्टियाँ लग गई ने, तो फिर वो भजन बंदगी क्या करेगी। शरीर का अपना धर्म है, शरीर नूं दुख सुख आने ही आने हैं। असी पंचम पातशाह तो वधिया नहीं हो सकते, असी भी 8वें पातशाह तो भी वधिया नहीं हो सकते। 8वें पातशाह नूं अखीर ते चीचक हो गई सी, जिन्हों कहते माता निकल आए सी, चीचक नाल ही उन्हां दी डेथ हुई। पंचम पातशाह नूं किन्ने दुख सहने पे, 9वें पातशाह नूं किवें शहीद होना पिया है।
ਜੇ ਨਾਲ ਸਿੰਘ ਸਨ ਤਿੰਨ ਉਹਨਾਂ ਦੇ, ਮਤੀ ਦਾਸ, ਸਤੀ ਦਾਸ, ਦਿਆਲਾ, ਦੇਖੋ ਕਿੰਨੇ ਦੁੱਖ ਸਹੇ ਉਹਨਾਂ ਨੇ। ਇਹ ਤਾਂ ਜ਼ਿੰਦਗੀ 'ਚ ਆਉਣੇ ਹੀ ਆਉਣੇ ਹਨ। ਅਸੀਂ ਤਾਂ ਭਜਨ ਬੰਦਗੀ ਕਰਦੇ ਰਹਿਣਾ ਹੈ, ਪਰਮਾਤਮਾ ਦਾ ਓਟ ਆਸਰਾ, ਦੇ ਨਾਮ ਦਾ ਓਟ ਆਸਰਾ ਲੈਣਾ ਹੈ। ਫਿਰ ਜੰਮਣ ਮਰਨ ਤੋਂ ਛੁਟਕਾਰਾ ਹੋ ਜਾਏਗਾ। ਜਦ ਜੰਮਾਂਗੇ ਨਹੀਂ ਨਾ ਫਿਰ ਦੁੱਖ ਆਵੇਗਾ, ਨਾ ਗੱਲ ਨਾ ਬਾਤ। ਜਿੰਨਾ ਚਿਰ ਜਨਮ ਹੈ ਉਨਾ ਚਿਰ ਮੌਤ ਵੀ ਹੈ, ਅਤੇ ਜਨਮ ਅਤੇ ਮੌਤ ਦੇ ਵਿਚਾਲੇ ਦੁੱਖ ਵੀ ਹੈ। ਜਾਂ ਤਾਂ ਜੰਮਣ ਮਰਨ ਦਾ ਚੱਕਰ ਹੀ ਖਤਮ ਹੋ ਜਾਏ ਤਾਂ ਹੈ ਵੀ ਆਪਣਾ ਸੱਚਖੰਡ 'ਚ ਬੈਠੋ ਆਰਾਮ ਨਾਲ। ਅਤੇ ਉਹ ਨਾ ਦੱਸ ਦਿੱਤਾ ਕਿਵੇਂ ਹੋਊਗਾ। ਉਹ ਹਰ ਕੇ ਚਰਨ ਹਿਰਦੈ ਕਰ ਓਟ, ਮਨ 'ਚ ਪਰਮਾਤਮਾ ਦੇ ਚਰਨਾਂ ਦਾ ਓਟ ਆਸਰਾ ਲੈ। ਜਨਮ ਮਰਨ 'ਤੇ ਹੋਵਤ ਛੋਟ, ਜੰਮਣ ਮਰਨ ਤੋਂ ਤੇਰਾ ਛੁਟਕਾਰਾ ਹੋ ਜਾਏਗਾ। ਸੋ ਪਰਮਾਤਮਾ ਦਾ ਨਾਮ ਦਾ ਓਟ ਆਸਰਾ ਲੈਣਾ ਹੈ। ਹਰ ਕੇ ਚਰਨ ਹਿਰਦੈ ਕਰ ਓਟ, ਹਰ ਕੇ ਚਰਨ ਹਿਰਦੈ ਕਰ ਓਟ, ਹਰ ਕੇ ਚਰਨ ਹਿਰਦੈ ਕਰ ਓਟ, ਹਰ ਕੇ ਚਰਨ ਹਿਰਦੈ ਕਰ ਓਟ। ਜਨਮ ਮਰਨ ਤੇ ਹੋਵਤ ਛੋਟ, ਜਨਮ ਮਰਨ ਤੇ ਹੋਵਤ ਛੋਟ, ਮਰਨ ਤੇ ਹੋਵਤ ਛੋਟ, ਜਨਮ ਮਰਨ ਤੇ ਹੋਵਤ ਛੋਟ। ਨਾਲੇ ਇਸ ਤਰ੍ਹਾਂ ਤੁਹਾਨੂੰ ਬਾਣੀ ਵਿੱਚ ਯਾਦ ਹੁੰਦੀ ਜਾਏਗੀ ਕੁਝ ਕੁਝ ਲਾਈਨਾਂ ਜਿਹੜੀ ਬਹੁਤ ਇੰਪੋਰਟੈਂਟ ਨੇ, ਜਿਨ੍ਹਾਂ 'ਤੇ ਅਸੀਂ ਅਮਲ ਕਰਨਾ ਹੈ। ਅੱਗੇ ਕਹਿੰਦੇ ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ। ਅਸਲ ਉਹੀ ਤਨ ਪਵਿੱਤਰ ਹੈ ਜਿੱਥੇ ਪਾਪ ਹੀ ਨਹੀਂ ਪੈਦਾ ਹੁੰਦਾ। ਜਦੋਂ ਅਸੀਂ ਕੋਈ ਪਾਪ ਨਾ ਕਰੀਏ ਸਮਝੋ ਅਸੀਂ ਪਵਿੱਤਰ ਹੋ ਗਏ। ਰਾਮ ਰੰਗ ਨਿਰਮਲ ਪ੍ਰਤਾਪ। ਫਿਰ ਜਦੋਂ ਅਸੀਂ ਪਾਪ ਕਰਮ ਹੀ ਨਹੀਂ ਕਰਾਂਗੇ, ਨਾਮ ਜਪਾਂਗੇ, ਫਿਰ ਪਰਮਾਤਮਾ ਨਾਲ ਪਿਆਰ ਪੈਦਾ ਹੋ ਜਾਏ। ਰੰਗ ਪਿਆਰ ਨੂੰ ਕਹਿੰਦੇ, ਰਾਮ ਰੰਗ ਪਰਮਾਤਮਾ ਦੇ ਪਿਆਰ ਰਾਹੀਂ ਨਿਰਮਲ ਪ੍ਰਤਾਪ। ਫਿਰ ਮਨੁੱਖ ਦਾ ਤਪ ਤੇਜ ਬਹੁਤ ਹੋ ਜਾਂਦਾ ਹੈ। ਉਹਦਾ ਬੜਾ ਤਪ ਤੇਜ ਹੁੰਦਾ। ਲੋਕ ਬੜੀਆਂ ਵਡਿਆਈਆਂ ਉਹਦੀਆਂ ਕਰਦੇ ਹਨ ਕਿਉਂਕਿ ਤਨ ਨਿਰਮਲ ਹੋ ਗਿਆ ਹੈ। ਤਨ ਅਸਲ ਉਦੋਂ ਨਿਰਮਲ ਹੁੰਦਾ ਜਦੋਂ ਮਨ ਨਿਰਮਲ ਹੁੰਦਾ ਹੈ। ਇਹ ਪਾਪ ਪੁੰਨ ਸਭ ਜਿਹੜੇ ਵਿਚਾਰ ਨੇ ਮਨ 'ਚ ਪੈਦਾ ਹੁੰਦੇ ਨੇ। ਪਹਿਲਾਂ ਸਾਡੇ ਅੰਦਰ ਵਿਚਾਰ ਪੈਦਾ ਹੁੰਦੇ ਨੇ, ਫਿਰ ਉਹਨਾਂ ਵਿਚਾਰਾਂ ਅਨੁਸਾਰ ਅਸੀਂ ਕਰਮ ਕਰਦੇ ਹਾਂ। ਪਹਿਲਾਂ ਵਿਚਾਰ ਹੁੰਦੇ, ਮਨ 'ਚ ਵਿਚਾਰ ਆਇਆ ਕਿ 7:15 ਵੱਜਣ ਵਾਲੇ ਨੇ, ਚਲੋ ਕਥਾ ਵਾਰਤਾ ਸੁਣ ਕੇ ਆਈ। ਪਹਿਲਾਂ ਵਿਚਾਰ ਆਇਆ, ਫਿਰ ਸਰੀਰ ਚੱਲ ਕੇ ਆਇਆ। ਪਹਿਲਾਂ ਪਾਪ ਦਾ ਵਿਚਾਰ ਹੁੰਦਾ ਹੈ। ਜਦ ਕੋਈ ਵਿਚਾਰ ਵਾਰੀ ਵਾਰੀ ਆਈ ਜਾਂਦਾ, ਮਨੁੱਖ ਉਹ ਪਾਪ ਕਰਮ ਕਰਦਾ ਹੈ ਅਤੇ ਮਨ ਫਿਰ ਮੈਲਾ ਹੋ ਜਾਂਦਾ ਹੈ। ਜਦੋਂ ਮਨ ਮੈਲਾ ਹੈ ਤਾਂ ਫਿਰ ਤਨ ਵੀ ਮੈਲਾ ਹੈ। ਮਨ ਮੈਲਾ ਸਭ ਕੁਛ ਮੈਲਾ। ਜਦੋਂ ਮਨ ਮੈਲਾ ਹੋ ਜਾਏ, ਇਹ ਅੱਖਾਂ ਮੈਲੀਆਂ, ਇਹ ਕੰਨ ਮੈਲੇ, ਇਹ ਮੂੰਹ ਮੈਲਾ, ਇਹ ਹੱਥ ਮੈਲੇ, ਇਹ ਹੱਥ ਪੈਰ ਮੈਲੇ, ਭਾਵ ਇਹ ਫਿਰ ਬੁਰੇ ਕੰਮ ਕਰਦੇ ਨੇ। ਇਸ ਲਈ ਕਹਿੰਦੇ ਉਹ ਤਨ ਹੀ ਨਿਰਮਲ ਹੈ ਜਿਸ ਤਨ ਦੇ ਵਿੱਚ ਕੋਈ ਪਾਪ ਪੈਦਾ ਨਹੀਂ ਹੁੰਦਾ। ਰਾਮ ਰੰਗ ਨਿਰਮਲ ਪ੍ਰਤਾਪ। ਫਿਰ ਪਰਮਾਤਮਾ ਨੂੰ ਪਿਆਰ ਕਰਨ ਨਾਲ ਮਨੁੱਖ ਦਾ ਦੂਰ ਦੂਰ ਤੱਕ ਤਪ ਤੇਜ ਹੋ ਜਾਂਦਾ ਹੈ। ਉਹਦੀ ਦੂਰ ਦੂਰ ਤੱਕ ਵਡਿਆਈ ਹੁੰਦੀ ਹੈ। ਸਾਧ ਸੰਗ ਮਿਟ ਜਾਤ ਬਿਕਾਰ, ਸਭ ਤੇ ਊਚ ਇਹੋ ਉਪਕਾਰ। ਇੱਕ ਹੁੰਦਾ ਉਪਕਾਰ, ਇੱਕ ਹੁੰਦਾ ਪਰ ਉਪਕਾਰ। ਉਪਕਾਰ ਹੁੰਦਾ ਆਪਣਾ ਭਲਾ, ਪਰ ਉਪਕਾਰ ਹੁੰਦਾ ਦੂਜਿਆਂ ਦਾ ਭਲਾ। ਅਤੇ ਕਈ ਮਨੁੱਖ ਐਸੇ ਕੰਮ ਕਰਦੇ ਨਾ ਉਹਨਾਂ ਦਾ ਆਪਣਾ ਭਲਾ ਨਾ ਦੂਜਿਆਂ ਦਾ ਭਲਾ। ਕਈ ਤਾਂ ਚਲੋ ਆਪਣੇ ਭਲੇ ਲਈ ਕੰਮ ਕਰਦੇ ਨੇ, ਦੂਜੇ ਲਈ ਨਹੀਂ ਕਰਦੇ, ਨਾ ਸਹੀ। ਕੋਈ ਜ਼ਰੂਰੀ ਨਹੀਂ ਕਿ ਹਰ ਬੰਦਾ ਪਰਉਪਕਾਰ ਹੀ ਕਰੇ, ਆਪਣਾ ਭਲਾ ਤਾਂ ਕਰ ਲੈ। ਹਾਂ ਜਿੰਨੇ ਨਸ਼ਿਆਂ ਵਾਲੇ ਨੇ
ये अपना भी बुरा करते हैं ना, ये अपना भला नहीं कर रहे, अपनी बर्बादी सगों कर रहे। इसलिए मनुख नूं ज्ञान ही नहीं है। साध संग मिट जात विकार, गुरु की संगत करके अंदरों विकार बुराइयां मिट जांदियां, जात जांदियां हैं, मिट विकार बुराइयां। गुरु की संगत करके, सत संगत करके अंदरों बुराइयां खत्म हो जांदियां हैं। सब ते ऊंच एहो उपकार, ते सब तो वड्डी भले वाली गल ही यही है कि साडे ते बुराइयां खत्म हो गई। जदों असीं बुरा काम ही नहीं करांगे आपे सुखी रहांगे। इसलिए सत संगत करनी चाहिए है, गुरु की साधु की संगत करनी चाहिए है। संगत करदे करदे वधिया लोकां दे नाल रहिंदियां होइआं, वधिया गल्लां सुणदियां होइआं, नाम बाणी दा जाप करदियां होइआं अंदरों बुराइयां खत्म हो जांदियां। ते सब तो वड्डा भला मनुख दा यही है। साध संग मिट जात विकार, साध संग मिट जात विकार, साध संग मिट जात विकार, साध संग मिट जात विकार। सब ते ऊंच एहो उपकार, सब ते ऊंच एहो उपकार, ऊंच एहो उपकार, सब ते ऊंच एहो उपकार। प्रेम भगत राते गोपाल, नानक जाचै साध रवाल। रवाल हुंदे चरण धूड़, जाचै हुंदा मंगना चाहना। प्रेम भगत प्रेमा भगती। पहला तप कीते जांदे सन, जप कीते जांदे सन, प्रेमा भगती नहीं सी कीती जांदी। इस तरीके नाल भगती कीती जांदी कि शरीर नूं कष्ट दिता जांदा सी। उन्हां दा ख्याल सी कि जो भी साडे तो माड़े काम करा रहा शरीर करा रहा है, ये सोच ही गलत है। इसलिए किन्ने किन्ने साल भटकते रहिंदे सन। गुरु महाराज भगत आए, उन्हें कहा नहीं, शरीर ते गड्डी है, मन ड्राइवर है। शरीर ते उत्थे जांदा जिथे मन उसनूं लैके जांदा है। शरीर अपने अपनी चल के जांदा, ये मन इनू लैके जांदा है। सो मन ही साढ़े तो चंगे ते मंदे काम करांदा है। मन ही सानू ठेके ते लैके जांदा, मन ही सानू गुरुद्वारे लैके आउंदा है। शरीर ते बेचारा मन दा गुलाम है। जिवें गड्डी अपने आप चल के नहीं जाती, ड्राइवर चला के लैके जांदा है। इस करके मन जिहड़ा है ये मनुख तो सीधे पुठे काम करांदा है। प्रेम भगत राते गोपाल, जिहड़े प्रेमा भगती रंगे हुए हैं, जिहड़े प्यार सहित परमात्मा की भगती करते हैं। भगती का दूजा अर्थ है प्यार। जिन प्रेम कियो तिन ही प्रभ पायो। भगती का दूजा अर्थ है प्यार। प्यार नूं भगती कहंदे ने। भगत किहनूं कहंदे जिहड़ा रब नूं प्यार करे। रुखी भगती नहीं, प्यार सहित भगती करनी, उन्हें कहते प्रेमा भगती। सिख धर्म दे विच फिर प्रेमा भगती आई। पहला भगतां ने प्रेमा भगती की, फिर गुरु महाराज ने की। प्रेम भगत राते गोपाल, जिहड़े परमात्मा दे प्यार विच रंगे होए हन। नानक जाचै साध रवाल। गुरु महाराज कहते असीं ऐसे साधुआं दी चरण धूड़ मंगते हाँ। जाचै नानक मंगदा है साध रवाल, साधुआं दी चरण धूड़। गुरु महाराज कहते असीं साधुआं दी, इहो जिहे साधु दी चरण धूड़ मंगते हैं। गौड़ी महला पंजवां।
ਐਸੀ ਪ੍ਰੀਤ ਗੋਬਿੰਦ ਸਿਉ ਲਾਗੀ, ਮੇਲ ਲਏ ਪੂਰਨ ਵਡਭਾਗੀ। ਪਰਮਾਤਮਾ ਨਾਲ ਇਸ ਤਰ੍ਹਾਂ ਪਿਆਰ ਕਰੋ ਕਿ ਉਹ ਖੁਸ਼ ਹੋ ਕੇ ਸਾਨੂੰ ਆਪਣੇ ਨਾਲ ਮਿਲਾ ਲਏ ਅਤੇ ਅਸੀਂ ਵੱਡੇ ਭਾਗਾਂ ਵਾਲੇ ਹੋ ਜਾਈਏ। ਜਦੋਂ ਪਰਮਾਤਮਾ ਸਾਡੇ ਨੂੰ ਆਪਣੇ ਨਾਲ ਮਿਲਾਇਆ ਸੀ, ਆਪਣੇ ਵੱਡੇ ਭਾਗਾਂ ਵਾਲੇ ਤਾਂ ਆਪੇ ਹੋ ਜਾਵਾਂਗੇ, ਵੱਡੇ ਭਾਗਾਂ ਵਾਲੇ। ਇਸ ਤਰ੍ਹਾਂ ਪਿਆਰ ਕਰਨਾ। ਅੱਗੇ ਉਦਾਹਰਨਾਂ ਦਿੱਤੀਆਂ ਨੇ ਵੀ ਕਿਸ ਤਰ੍ਹਾਂ ਪਿਆਰ ਕਰਨਾ। ਐਸੇ ਤਾਂ ਇੰਨੇ ਹੈ ਨਾ, ਐਸੀ ਪ੍ਰੀਤ ਗੋਬਿੰਦ ਸਿਉ ਲਾਗੀ। ਪਰਮਾਤਮਾ ਨਾਲ ਇਹੋ ਜਿਹਾ ਪਿਆਰ ਪੈਦਾ ਹੋ ਗਿਆ ਹੈ। ਇਹ ਨਹੀਂ ਦੱਸਿਆ ਕਿਹੋ ਜਿਹਾ, ਰਿਜ਼ਲਟ ਤਾਂ ਦੱਸਿਆ, ਮੇਲ ਲਏ ਪੂਰਨ ਵਡਭਾਗੀ। ਪਰਮਾਤਮਾ ਨਾਲ ਐਸਾ ਪਿਆਰ ਪੈਦਾ ਹੋ ਗਿਆ ਹੈ ਕਿ ਪਰਮਾਤਮਾ ਸਾਨੂੰ ਆਪਣੇ ਨਾਲ ਮਿਲਾ ਲਏਗਾ ਅਤੇ ਅਸੀਂ ਵੱਡੇ ਭਾਗਾਂ ਵਾਲੇ ਹੋ ਜਾਵਾਂਗੇ। ਅੱਗੇ ਉਹਨੂੰ ਉਦਾਹਰਨਾਂ ਦਿੱਤੀਆਂ ਕਿ ਜਿਹੜਾ ਪਰਮਾਤਮਾ ਦਾ ਭਗਤ ਹੈ ਉਹ ਪਰਮਾਤਮਾ ਨੂੰ ਕਿਵੇਂ ਪਿਆਰ ਕਰਦਾ ਹੈ। ਭਰਤਾ ਪੇਖ ਬਿਕਸੈ ਜਿਉ ਨਾਰੀ। ਭਰਤਾ ਪਤੀ ਨੂੰ ਕਹਿੰਦੇ ਨੇ, ਪੇਖ ਮੈਨੇ ਵੇਖ ਕੇ, ਬਿਕਸਾ ਹੁੰਦਾ ਖੁਸ਼ ਹੋਣਾ, ਨਾਰੀ ਮੈਨੇ ਔਰਤ। ਜਿਵੇਂ ਔਰਤ ਪਤੀ ਨੂੰ ਵੇਖ ਕੇ ਖੁਸ਼ ਹੁੰਦੀ ਹੈ, ਤਿਉਂ ਹਰ ਜਰ ਜੀਵੈ ਨਾਮ ਚਿਤਾਰੀ। ਇਸ ਤਰ੍ਹਾਂ ਜਿਹੜਾ ਪਰਮਾਤਮਾ ਦਾ ਭਗਤ ਹੈ ਉਹ ਨਾਮ ਜਪ ਕੇ ਖੁਸ਼ ਹੁੰਦਾ ਹੈ। ਔਰਤ ਆਪਣੇ ਪਤੀ ਨੂੰ ਵੇਖ ਕੇ ਖੁਸ਼ ਹੁੰਦੀ ਹੈ, ਖਾਸ ਕਰ ਜਦੋਂ ਕਾਫੀ ਦੇਰ ਬਾਅਦ ਪਤੀ ਆਵੇ। ਜੋ ਤਾਂ ਰੋਜ਼ ਹੀ ਆਉਂਦਾ ਫਿਰ ਤਾਂ ਕੋਈ ਮੈਂ ਦੇਖਿਆ ਬਹੁਤਾ ਨਹੀਂ ਫਰਕ ਪੈਂਦਾ। ਪਤੀ ਕਿਤੇ ਗਿਆ ਹੋਇਆ, ਮਹੀਨੇ 2 ਮਹੀਨੇ ਬਾਅਦ ਆਇਆ ਹੈ, ਬੜੀ ਖੁਸ਼ੀ ਹੁੰਦੀ ਹੈ, ਉਡੀਕ ਹੁੰਦੀ ਹੈ ਵੀ ਉਹ ਆਉਣਗੇ। ਕਈ ਵਾਰੀ ਬੰਦਾ ਬੂਹੇ ਅੱਗੇ ਆਖਲ ਹੁੰਦਾ ਹੈ ਘਰੋਂ ਨਿਕਲ ਕੇ ਵੀ ਚਲੋ ਮਿਲਦੇ ਹਾਂ, ਅੱਗੇ ਸਵਾਗਤ ਕਰਦੇ। ਪਤੀ ਨੂੰ ਵੇਖ ਕੇ ਜਿਵੇਂ ਔਰਤ ਖੁਸ਼ ਹੁੰਦੀ ਹੈ, ਇਸੇ ਤਰ੍ਹਾਂ ਹੀ ਹਰ ਜਨ ਜਿਹੜਾ ਹੈ, ਹਰੀ ਦਾ ਜਿਹੜਾ ਭਗਤ ਹੈ, ਉਹ ਜੀਵੈ ਨਾਮ ਚਿਤਾਰੀ। ਉਹ ਨਾਮ ਜਪ ਕੇ ਖੁਸ਼ ਹੁੰਦਾ ਹੈ। ਪੂਤ ਪੇਖ ਜੋ ਜੀਵਤ ਮਾਤਾ। ਪੁੱਤਰ ਨੂੰ ਵੇਖ ਕੇ ਜਿਵੇਂ ਮਾਂ ਜਿਉਂਦੀ ਹੈ ਤਾਂ ਬੜੀ ਖੁਸ਼ ਹੁੰਦੀ ਹੈ। ਪੁੱਤਰ ਬਾਹਰੋਂ ਆਇਆ ਹੈ, ਮਾਂ ਬੜੀ ਖੁਸ਼ ਹੁੰਦੀ ਹੈ, ਪੁੱਤਰ ਨੂੰ ਵੇਖ ਕੇ ਖੁਸ਼ ਹੁੰਦੀ ਹੈ। ਇਹ ਤਾਂ ਮਤਲਬ ਸਦੀਆਂ ਤੋਂ ਹੀ ਹੈ ਨਾ। ਧੀ ਨੂੰ ਵੇਖ ਕੇ ਨਹੀਂ ਲਿਖਿਆ। ਗੁਰੂ ਮਹਾਰਾਜ ਨੇ ਪੁੱਤਰ ਵੇਖ, ਪਤਾ ਪੁੱਤਰ ਵੇਖ ਕੇ ਲੋਕ ਖੁਸ਼ ਹੁੰਦੇ ਨੇ। ਹੁਣ ਪੰਚਮ ਪਾਤਸ਼ਾਹ ਦੇ ਘਰ 6 ਸਾਲਾਂ ਬਾਅਦ ਪੁੱਤਰ ਹੋਇਆ। ਕਿੰਨੀ ਖੁਸ਼ੀ ਮਨਾਈ, ਕਿੰਨੇ ਸ਼ਬਦ ਲਿਖਦੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਮੈਂ ਯਾਰ ਕਮਾਲ ਹੈ, ਇਹਦਾ ਗੁਰੂ ਮਹਾਰਾਜ ਪੁੱਤਰ ਨੂੰ ਵੇਖ ਕਿੰਨੇ ਖੁਸ਼ ਨੇ। ਅਸੀਂ ਕਿਤੇ ਵਿਚਾਰੇ ਹਾਂ। ਹਾਲਾਂਕਿ 9ਵੇਂ ਪਾਤਸ਼ਾਹ 3 ਸਾਲ ਆਏ ਹੀ ਨਹੀਂ ਮਿਲਣ। ਪਰਿਵਾਰ ਨੂੰ ਛੱਡ ਕੇ ਬਿਹਾਰ ਦੇ ਵਿੱਚ ਆਪ ਬੰਗਾਲ ਨੂੰ ਚਲੇ ਗਏ। ਉੱਥੇ ਸੁਨੇਹਾ ਪਹੁੰਚਿਆ ਤੁਹਾਡੇ ਘਰ ਪੁੱਤਰ ਪੈਦਾ ਹੋਇਆ ਹੈ, ਕਹਿੰਦੇ ਇਹਦਾ ਨਾਮ ਗੋਬਿੰਦ ਰਾਏ ਰੱਖ ਦਿਓ। ਪੁੱਤਰ ਪੈਦਾ ਹੋਣ ਤੋਂ ਬਾਅਦ 3 ਸਾਲਾਂ ਬਾਅਦ ਵਾਪਸ ਆਏ ਨੇ ਮਿਲਣ। ਕੋਈ ਹੋਰ ਦਾ ਭੱਜਿਆ ਹੀ ਆਉਂਦਾ, ਵਿੱਚ ਹੀ ਛੱਡ ਆਉਂਦਾ ਵੀ ਆ ਕੇ ਫਿਰ ਕਥਾ ਵਾਰਤਾ ਕਰ ਲਾਂਗੇ। ਪੁੱਤਰ ਹੋਇਆ ਇੰਨੇ ਸਾਲਾਂ ਬਾਅਦ ਹੋਇਆ। ਸਭ ਤੋਂ ਲੇਟ ਪੁੱਤਰ ਜੇ ਪੈਦਾ ਹੋਇਆ ਤਾਂ 9ਵੇਂ ਪਾਤਸ਼ਾਹ ਦੇ ਘਰ ਹੋਇਆ। ਬੜੇ ਹੀ ਸਾਲਾਂ ਬਾਅਦ ਬੱਚਾ ਪੈਦਾ ਹੋਇਆ, ਪਰ ਫਿਰ ਵੀ ਉਹ ਮਨ 'ਚ ਕੋਈ ਕਾਹਲੇ ਨਹੀਂ ਪਏ। ਸਹਿ ਸੁਭਾਅ ਉੱਧਰੋਂ ਬੰਗਾਲ ਵੱਲੋਂ ਆਪਣਾ ਅਸਾਮ ਵੱਲੋਂ ਕੰਮ ਨਿਬੇੜ ਕੇ ਪ੍ਰਚਾਰ ਦਾ ਫਿਰ ਜਿਹੜਾ ਹੈ ਉਹ ਆਏ ਅਤੇ ਪਰਿਵਾਰ ਨੂੰ ਆ ਕੇ ਮਿਲੇ। ਉਦਾਹਰਨਾਂ ਦਿੱਤੀਆਂ ਨੇ। ਪੂਤ ਪੇਖ ਜੋ ਜੀਵਤ ਮਾਤਾ। ਪੁੱਤਰ ਨੂੰ ਵੇਖ ਕੇ ਜਿਵੇਂ ਮਾਂ ਬੜੀ ਖੁਸ਼ ਹੁੰਦੀ ਹੈ। ਓਤ ਪੋਤ ਜਨ ਹਰ ਸਿਉ ਰਤ। ਓਤ ਪੋਤ ਹੁੰਦਾ ਪੂਰੀ ਤਰ੍ਹਾਂ। ਜਿਹੜਾ ਹਰੀ ਦਾ ਜਨ ਹੈ, ਹਰੀ ਦਾ ਭਗਤ ਹੈ, ਉਹ ਹਰੀ ਦੇ ਨਾਲ ਪਿਆਰ 'ਚ ਰੰਗਿਆ ਰਹਿੰਦਾ। ਪਰਮਾਤਮਾ ਦਾ ਭਗਤ ਪਰਮਾਤਮਾ ਦੇ ਨਾਲ ਪੂਰੀ ਤਰ੍ਹਾਂ ਜੁੜਿਆ ਹੁੰਦਾ ਹੈ। ਜੇ ਮਾਂ ਪੁੱਤਰ ਨੂੰ ਵੇਖ ਕੇ ਜੱਫੀ ਪਾ ਲੈਂਦੀ ਨਾ, ਇਸ ਤਰ੍ਹਾਂ ਕਿ ਪਰਮਾਤਮਾ ਨਾਲ ਜੁੜਿਆ ਹੁੰਦਾ ਪਰਮਾਤਮਾ ਦਾ ਭਗਤ।
परमात्मा अपने भगत नूं वेख के खुश होंदा ते भगत परमात्मा नूं वेख के खुश हुंदा। लोभी आनंद करे पेख धन, जन चरण कमल सों लागो बन। ਜਿਹੜਾ ਲੋਭੀ ਬੰਦਾ ਹੈ ਉਹ ਧਨ ਨੂੰ ਵੇਖ ਕੇ ਬੜਾ ਖੁਸ਼ ਹੁੰਦਾ ਹੈ। ਕੁਦਰਤੀ ਗੱਲ ਹੈ, ਲਾਲਚ ਹੈ, ਵੱਧ ਤੋਂ ਵੱਧ ਧਨ ਹੋਵੇ ਫਿਰ ਆਉਂਦਾ ਬੜਾ ਖੁਸ਼ ਹੁੰਦਾ। ਜਨ ਚਰਨ ਕਮਲ ਸੋਂ ਲਾਗੋ ਮਨ, ਜਿਵੇਂ ਲੋਭੀ ਦਾ ਮਨ ਧਨ ਨਾਲ ਜੁੜਿਆ ਹੁੰਦਾ ਹੈ, ਇਸ ਤਰ੍ਹਾਂ ਜੇ ਪਰਮਾਤਮਾ ਦਾ ਜਨ ਹੈ, ਪਰਮਾਤਮਾ ਜਿਹੜਾ ਭਗਤ ਹੈ ਉਹ ਪਰਮਾਤਮਾ ਦੇ ਚਰਨ ਕਮਲਾਂ ਨਾਲ ਜੁੜਿਆ ਹੁੰਦਾ ਹੈ। ਉਹਦਾ ਮਨ ਪਰਮਾਤਮਾ ਦੇ ਚਰਨ ਕਮਲਾਂ ਨਾਲ ਜੁੜਿਆ ਹੁੰਦਾ, ਭਾਵ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੁੰਦਾ। ਬਿਸਰ ਨਹੀਂ ਇੱਕ ਤਿਲ ਦਾ ਤਾਰ, ਨਾਨਕ ਕੇ ਪ੍ਰਭ ਪ੍ਰਾਣ ਆਧਾਰ। ਹੈ ਪਰਮਾਤਮਾ, ਤੂੰ ਨਾਨਕ ਦੇ ਪ੍ਰਾਣਾਂ ਦਾ ਆਧਾਰ ਹੈ, ਤੂੰ ਮੇਰੇ ਪ੍ਰਾਣਾਂ ਦਾ ਆਧਾਰ ਹੈ। ਤੂੰ ਇੱਕ ਤਿਲ ਲਈ ਵੀ, ਇੱਕ ਸੈਕੰਡ ਲਈ ਵੀ, ਹੈ ਪਰਮਾਤਮਾ ਤੂੰ ਤੇ ਦਾਤਾਰ ਹੈ, ਤੂੰ ਤੇ ਦਾਤਾ ਹੈ। ਮੈਨੂੰ ਇੱਕ ਸੈਕੰਡ ਲਈ ਵੀ ਨਾ ਭੁੱਲ, ਭਾਵ ਮੈਂ ਤੈਨੂੰ ਕਦੇ ਵੀ ਨਾ ਭੁਲਾਵਾਂ, ਤੂੰ ਮੈਨੂੰ ਹਮੇਸ਼ਾ ਯਾਦ ਰਹਿ, ਕਿਉਂਕਿ ਤੂੰ ਮੇਰੇ ਪ੍ਰਾਣਾਂ ਦਾ ਆਧਾਰ ਹੈ। ਗੌੜੀ ਮਹਲਾ ਪੰਜਵਾਂ। ਰਾਮ ਰਸਾਇਣ ਜੋ ਜਨ ਗੀਧੇ, ਚਰਨ ਕਮਲ ਪ੍ਰੇਮ ਭਗਤੀ ਵਿਧੇ। ਗੀਧੇ ਮੈਨੇ ਗਿੱਝ ਗਏ ਤੇ ਬੀਧੇ ਮੈਨੇ ਜੁੜ ਜਾਣਾ। ਰਾਮ ਰਸਾਇਣ ਜੋ ਜਨ ਗੀਧੇ, ਰਾਮ ਰਸਾਇਣ ਦਾ ਮਤਲਬ ਨਾਮ ਰਸ। ਜਿਹੜੇ ਪਰਮਾਤਮਾ ਦੇ ਭਗਤ ਨਾਮ ਰਸ ਪੀਣ 'ਚ ਗਿੱਝ ਜਾਂਦੇ ਨੇ, ਨਾਮ ਜਪਦਿਆਂ ਜਪਦਿਆਂ ਇਸ ਵਿੱਚ ਰਸ ਆਉਣ ਲੱਗ ਜਾਂਦਾ ਹੈ। ਅਜੇ ਅਸੀਂ ਉੱਥੇ ਨਹੀਂ ਪਹੁੰਚੇ, ਅਜੇ ਅਸੀਂ ਉੱਥੇ ਨਹੀਂ ਪਹੁੰਚੇ, ਸਾਨੂੰ ਰਸ ਨਹੀਂ ਆ ਰਿਹਾ। ਥੋੜ੍ਹੀ ਦੇਰ ਆਨੰਦ ਆਉਂਦਾ ਭਜਨ ਬੰਦਗੀ ਦਾ, ਫਿਰ ਉੱਥੇ ਨੀਰਸ ਹੋ ਜਾਂਦਾ ਹੈ। ਜਿਹੜੇ ਪਰਮਾਤਮਾ ਦੇ ਨਾਮ ਰਸ ਦੇ ਵਿੱਚ ਗਿੱਝ ਗਏ ਨੇ, ਪੀਣ ਦੇ ਆਦੀ ਹੋ ਗਏ ਨੇ, ਚਰਨ ਕਮਲ ਪ੍ਰੇਮ ਭਗਤੀ ਵਿਧ, ਉਹ ਭਗਤੀ ਕਰਕੇ, ਪ੍ਰੇਮਾ ਭਗਤੀ ਕਰਕੇ ਪਰਮਾਤਮਾ ਦੇ ਚਰਨ ਕਮਲਾਂ ਨਾਲ ਉਹ ਜੁੜ ਜਾਂਦੇ ਹਨ। ਵਿਧੇ ਵਿੰਨ ਦੇਣਾ, ਕਿਸੇ ਨੂੰ ਦੋ ਚੀਜ਼ਾਂ ਨੂੰ ਆਪਸ ਵਿੱਚ ਜੋੜ ਦੇਣਾ। ਉਹਨਾਂ ਦਾ ਮਨ ਪਰਮਾਤਮਾ ਦੇ ਚਰਨ ਕਮਲਾਂ ਨਾਲ ਜੁੜ ਜਾਂਦਾ ਹੈ। ਆਨ ਰਸਾ ਦੀਸੈ ਸਭ ਛਾਰ, ਉਹਨਾਂ ਨੂੰ ਇਹ ਨਾਮ ਰਸ ਤੋਂ ਬਿਨਾਂ ਜਿੰਨੇ ਹੋਰ ਰਸ ਨੇ, ਆਨ ਹੋਰ, ਰਸਾ ਰਸ, ਛਾਰ ਮਨੇ ਸਵਾ, ਨਾਮ ਰਸ ਤੋਂ ਬਿਨਾਂ ਜਿੰਨੇ ਹੋਰ ਰਸ ਨੇ ਉਹ ਪਰਮਾਤਮਾ ਦੇ ਭਗਤਾਂ ਨੂੰ ਵਿਅਰਥ ਲੱਗਦੇ ਨੇ। ਉਹ ਤੇ ਸਵਾਦ ਹੀ ਨਹੀਂ ਨੇ। ਨਾਮ ਬਿਨਾਂ ਨੇਫਲ ਸੰਸਾਰ, ਉਹ ਤੇ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਸੰਸਾਰ ਹੀ ਵਿਅਰਥ ਹੈ। ਨੇਫਲ ਹੁੰਦਾ ਵਿਅਰਥ, ਨਾਮ ਤੋਂ ਬਿਨਾਂ ਸੰਸਾਰ 'ਚ ਰਹਿਣਾ ਵਿਅਰਥ ਰਹਿਣਾ। ਅੰਧ ਕੂਪ ਤੇ ਕਾਢੇ ਆਪ, ਕੂਪ ਹਿੰਦੀ ਦਾ ਸ਼ਬਦ ਹੈ ਖੂਹ, ਅੰਨਾ ਖੂਹ ਭਾਵ ਅਗਿਆਨਤਾ। ਜਦੋਂ ਮਨੁੱਖ ਗੁਣ ਗੋਬਿੰਦ ਅਚਰਜ ਪ੍ਰਤਾਪ, ਜਦੋਂ ਪਰਮਾਤਮਾ ਦੇ ਮਨੁੱਖ ਗੁਣ ਗਾਉਂਦਾ ਹੈ ਤਾਂ ਪਰਮਾਤਮਾ ਉਸ ਨੂੰ ਅਗਿਆਨਤਾ ਹਨੇਰੇ ਦੇ ਖੂਹ ਵਿੱਚੋਂ ਬਾਹਰ ਕੱਢ ਲੈਂਦਾ ਹੈ। ਭਾਵ ਪਰਮਾਤਮਾ ਜਿਹੜੇ ਗੁਣ ਨੇ ਨਾ, ਉਹ ਸਾਡੇ ਅੰਦਰ ਗਿਆਨ ਪੈਦਾ ਕਰ ਦਿੰਦੇ ਨੇ। ਅਸੀਂ ਅਗਿਆਨਤਾ ਤੋਂ ਬਾਹਰ ਆ ਜਾਂਦੇ ਹਾਂ। ਹੁਣ ਤਾਂ ਅਸੀਂ ਅਗਿਆਨੀਆਂ ਵਾਲੇ ਕੰਮ ਕਰਦੇ ਰਹਿੰਦੇ ਹਾਂ। ਕੰਮ ਕਰਨ ਤੋਂ ਬਾਅਦ ਫਿਰ ਕਈ ਲੋਕ ਪਛਤਾਉਂਦੇ ਨੇ, ਉਹ ਆ ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਅਜੇ ਅਗਿਆਨੀ ਨੇ, ਅਜੇ ਅਗਿਆਨਤਾ ਹੈ ਅੰਦਰ। ਪਰਮਾਤਮਾ ਦੇ ਗੁਣਾਂ ਨੇ ਅੰਦਰ ਅਜੇ ਚਾਨਣ ਨਹੀਂ ਕੀਤਾ ਹੈ। ਗੁਣ ਗੋਬਿੰਦ ਪਰਮਾਤਮਾ ਜਿਹੜੇ ਗੁਣ ਨੇ ਇਹ ਅੰਦਰ ਕਰਦੇ ਨੇ ਚਾਨਣ, ਅਤੇ ਮਨੁੱਖ ਨੂੰ ਹਨੇਰੇ ਖੂਹ ਤੋਂ ਬਾਹਰ ਕੱਢ ਲੈਂਦੇ। ਫਿਰ ਕੀ ਹੁੰਦਾ, ਪਰਮਾਤਮਾ ਦੇ ਗੁਣ ਗਾਉਣਾ ਅਚਰਜ ਪ੍ਰਤਾਪ, ਉਹਨਾਂ ਦਾ ਬੜਾ ਤਪ ਤੇਜ ਹੋ ਜਾਂਦਾ, ਉਹਨਾਂ ਦਾ ਬੜਾ ਤਪ ਤੇਜ ਸੰਸਾਰ 'ਚ ਹੋ ਜਾਂਦਾ। ਕਿਉਂ? ਪਰਮਾਤਮਾ ਦੇ ਗੁਣ ਨੇ, ਇਹਨਾਂ ਨੇ ਮਨੁੱਖ ਦੇ ਅੰਦਰ ਤਪ ਤੇਜ ਪੈਦਾ ਕਰਨਾ ਹੁੰਦਾ। ਵਣ ਤ੍ਰਿਣ ਤ੍ਰਿਭਵਨ ਪੂਰਨ ਗੋਪਾਲ, ਵਣ ਤ੍ਰਿਣ ਬਨਸਪਤੀ,
जिन्नी भी वनस्पति है, त्रिभवन, 3 भवन गिने गए ने, मातलोक, पाताल लोक, आकाश लोक, पूर्ण गुफा, सब दे विच परमात्मा वसदा है। चाहे जंगल है तो चाहे कूंज धरती, तिन्ना भवनां च, सारे जंगलों च परमात्मा वसदा है। ब्रह्म पसार जी संग दयाल, तो जिहड़े परमात्मा के भगत ने उन्होंने पता है सारा परमात्मा का पसारा है। ये तीनों भवन वन तृण सब परमात्मा का पसारा है। जी संग दयाल, उन्होंने जिहड़ा दयालु परमात्मा हमेशा उन्होंने मन के नाल रहिंदा है। जी तो मन तो भाव है, उन्होंने मन के नाल रहिंदा है परमात्मा। वो परमात्मा का सारा पसारा वेखते हैं। कहो नानक सा कथनी सार, मान लेद जिस सिरजनहार। वो कथनी सार मैंने उत्तम श्रेष्ठ, वो गल ही उत्तम है, वो कर्म ही उत्तम है। मान लेत जिस सिरजनहार, जिसनों परमात्मा मान ले। साड़ी उस गल नूं जिन्हों परमात्मा मान ले, असल च उही गल उत्तम है। तो किस नूं मनदा है? जदों असीं उहदी सिफत सलाह करदे हां। परमात्मा की सिफत सलाह नूं ही परमात्मा उत्तम मनदा है। सो कहंदे कहो नानक सा कथनी सार, ओही कथनी, ओही कथन, ओही गल उत्तम है। मान लेत जिस सिरजनहार, जिसनों परमात्मा मान लवे। तां ही कहंदे ने सेवा करदा मनुख, सा सेवा कीती सफल है, जित सतगुर का मन मने। सेवा उही सफली है जो गुरु का मन मान जाए, गुरु खुश हो जाए। एक बंदा कहता भाई मेरा सिर दुखता है, मेरा सिर घुट दो। दूजा लत्ता घुटन लगता, वो कहते भाई नहीं मेरा सिर घुट दो। वो कहते ना जी मैं तो लत्ता घुटू। मैं हो गया बीमार, अमर अस्पताल चलिया गया। मेरे पेट च खराबी है, डॉक्टर का ECG कर रहा जी, उदों अगे फिर की होंदा ईको कर रहा जी। कहता जी ये तो एंजियोग्राफी करनी पेगी जी। भी भलिया मानसा, अगले का ढिड खराब है, पेट च गैस भर गई है, उस तरह जान निकल रही है, तो ECG सूझदी। भी मरीज़ आया कादे लई है तो तुसी कर की रहे हो? सारा दिन मैंने चज नाल अटेंड नहीं किया। जी नर्स सी मैं उन्होंने कहा बीबी मैंने चाकू लिया दे, कहते की करना? मैं अपना ढिड पाड़ना। कहते क्यों? मैं उंज ही पाड़ जाना है। मेरे पेट च गैस एडी भर गई है कि वैसे ही फट जाने, तो मैं चाकू नाल ही पाड़ लेना। फिर जरा सोजी आई, फिर लागे टीके टूके लान, फिर रात नूं सारी रात गैस निकलती रही, सवेरे जान च जान आई। ਇਹੋ ਜਿਹੇ ਡੰਗਰ ਲੋਕ ਇਕੱਠੇ ਕੀਤੇ, ਐਡੇ ਵੱਡੇ ਹਸਪਤਾਲ, ਇੰਨੀ ਛਿੱਲ ਲਾਣੀ ਲੋਕਾਂ ਦੀ, ਬਿੱਲ 76,000 ਦਾ ਬਣਾ ਕੇ ਹੱਥ 'ਚ ਫੜਾ ਦੇ, ਆ ਲਓ ਜੀ। ਬਈ ਮਰੀਜ਼ ਕਾਹਦੇ ਲਈ ਦਾਖਲ ਹੋਇਆ, ਤੁਸੀਂ ਕਰ ਕੀ ਰਹੇ ਹੋ? ਤਾਂ ਕਹਿੰਦੇ ਅਸਲ ਸੇਵਾ ਉਹੀ ਹੈ ਜਿਹਦੇ ਗੁਰੂ ਦਾ ਮਨ ਮੰਨੇ। ਮੈਂ ਕਈ ਵਾਰ ਵੇਖਿਆ ਲੋਕ ਵਿਖਾਵਾ ਕਰਦੇ। मैं कई कदे कदे जाना दूर नार साहब, जिथे पहले ही थां साफ है ना, कई जनां ने झाड़ू फड़िया हुंदा, वो ऐं फड़िया हुंदा, वो ऐं कर रही होंदी। मैं लै दस है ये फॉर्मैलिटी कर रही, असीं उत्थे झाड़ू फेर के आए, ये झाड़ू फेरिया जा रहा। इस तरह नहीं गुरु खुश हुंदा कि हाँ जी मैं उत्थे सेवा करे। लोक विखावा ते भावें लोक भी खुश ना, मैं ही खुश ना होया, तो गुरु ने की खुश होना। भी इस तरह झाड़ू घर च भी नहीं कोई फेरदा जिवें तुसीं गुरुद्वारे फेर रहे हो। इस तरह एक बीबी लगी, मैं देखो चे मैं बीबा हत्थां वाला देख किन्ना मैल, किन्नी मैल जम्मी, कपड़ा लिया इनू साफ कर। आ तो पहले टाड़ दे, पहले ही साफ है तो इनू साफ कर दे नो। अब उन्होंने लगी रही, बस में लगी रही। सानू मिट्टी दिसदी नहीं भी कित्थे मिट्टी लगी, असीं कित्थों साफ करना। साफ नूं साफ करने लगे पर गुरु खुश हो जाएगा भी आहा सेवा करनी।
ਪਿਲਰ ਜਿਹੜੇ ਸਨ ਉਹ ਮੈਲੇ ਤੇ ਹੇਠੋਂ ਟਾਟ ਨੂੰ ਲੱਗੇ ਸਾਫ਼ ਕਰਨ। ਐ ਨਹੀਂ ਗੁਰੂ ਖੁਸ਼ ਹੁੰਦਾ। ਤਾਂ ਗੁਰਬਾਣੀ ਕਹਿੰਦੇ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ। ਤਾਂ ਫਿਰ ਸਾਰੇ ਪਾਪ ਜਿਹੜੇ ਨੇ ਖਤਮ ਹੋ ਜਾਏ ਜੇ ਗੁਰੂ ਦਾ ਮਨ ਮੰਨ ਗਏ। ਹਾਂ ਗੁਰੂ ਖੁਸ਼ ਹੋ ਗਿਆ। ਸਿੱਖਾ ਨਿਹਾਲ ਨਿਹਾਲ ਨਿਹਾਲ। ਗੱਲ ਤੇ ਮਨ ਮੰਨਣ ਦੀ ਹੈ। ਕਿਤੇ ਕੀਰਤਪੁਰ ਸਾਹਿਬ ਸਤਵੇਂ ਪਾਤਸ਼ਾਹ ਬੈਠੇ ਨੇ, ਕਿਤੇ ਕਾਬਲ ਹੈ ਭਾਈ ਗੋਂਦਾ ਹੈ, ਨਹਾ ਕੇ ਬੈਠਾ ਚੌਂਕੜਾ ਮਾਰ ਕੇ। ਉਦੋਂ ਗੁਰੂ ਮਹਾਰਾਜ ਸਰੀਰ ਰੂਪ ਜਾਂਦੇ ਸਨ, ਉਹਨਾਂ ਦੇ ਚਰਨ ਹੁੰਦੇ ਸਨ, ਬੰਦੇ ਦੇ ਹੁੰਦੇ ਹੀ ਨੇ। ਉਸ ਨੇ ਚਰਨਾਂ ਦਾ ਧਿਆਨ ਧਰ ਕੇ ਗੁਰੂ ਮਹਾਰਾਜ ਦੇ ਸਿਮਰਨ ਲੱਗ ਗਿਆ। ਸਮਾਧੀ ਲੱਗ ਗਈ। ਸਮਾਧੀ ਦੇ ਵਿੱਚ ਭਾਈ ਗੋਂਦੇ ਨੇ ਸਤਵੇਂ ਪਾਤਸ਼ਾਹ ਦੇ ਚਰਨ ਪਕੜ ਲਏ। ਸਤਵੇਂ ਪਾਤਸ਼ਾਹ ਨੇ ਪਤਾ ਲੱਗ ਗਿਆ। ਉਹਨਾਂ ਕਿ ਜੇ ਅਸੀਂ ਹਿੱਲੇ ਇਹਦੀ ਬਿਰਤੀ ਉਖੜ ਜਾਏਗੀ। ਸਤਵੇਂ ਪਾਤਸ਼ਾਹ ਨੇ ਅੱਖਾਂ ਬੰਦ ਕਰ ਲਈ। ਦਿਨ ਚੜ੍ਹ ਗਿਆ, ਸੰਗਤ ਆ ਰਹੀ ਹੈ, ਲੰਗਰ ਤਿਆਰ ਹੈ, ਗੁਰੂ ਮਹਾਰਾਜ ਅੱਖਾਂ ਨਹੀਂ ਖੋਲ੍ਹ ਰਹੇ। ਹੁਣ ਗੁਰੂ ਮਹਾਰਾਜ ਭੋਗ ਲਾਉਣ ਤਾਂ ਅੱਗੇ ਸੰਗਤ 'ਚ ਵਰਤਾਉਣ। ਕਾਫੀ ਦੇਰ ਬਾਅਦ ਗੁਰੂ ਮਹਾਰਾਜ ਨੇ ਅੱਖਾਂ ਖੋਲ੍ਹੀਆਂ ਅਤੇ ਹੱਥ ਉੱਚਾ ਕਰਕੇ ਕਹਿੰਦੇ ਸਿੱਖਾ ਨਿਹਾਲ ਨਿਹਾਲ ਨਿਹਾਲ। ਅਤੇ ਜਿਹੜੇ ਸਾਹਮਣੇ ਸਿੱਖ ਪਹੁੰਚਦੇ ਪੁੱਛਦੇ ਮਹਾਰਾਜ ਜੀ ਅੱਜ ਕਿਹਨੂੰ ਨਿਹਾਲ ਕੀਤਾ? ਕਹਿੰਦੇ ਭਾਈ ਕਾਬਲ 'ਚ ਇੱਕ ਸਾਡਾ ਸਿੱਖ ਹੈ ਭਾਈ ਗੋਂਦਾ, ਉਹਨੇ ਸੁਰਤ ਦੇ ਨਾਲ ਸਾਡੇ ਚਰਨ ਫੜ ਲਏ ਸਨ। ਉਹਨੇ ਛੱਡੇ ਨਹੀਂ, ਅਸੀਂ ਛੁਡਾਏ ਨਹੀਂ। ਹੁਣ ਉਸ ਨੇ ਛੱਡੇ ਨੇ, ਅਸੀਂ ਉਹਦੀ ਸੁਰਤ 'ਤੇ, ਅਸੀਂ ਉਹਦੀ ਸਮਾਧੀ 'ਤੇ ਖੁਸ਼ ਹੋ ਕੇ ਨਿਹਾਲ ਕਰਤਾ। ਇਹ ਹੈ ਸਰ ਵੀ ਗੁਰੂ ਮਹਾਰਾਜ ਕੀ ਚੰਗਾ ਲੱਗਦਾ ਹੈ ਅਸੀਂ ਉਹ ਕਰਨਾ, ਨਾ ਕਿ ਆਪਣੀ ਮਰਜ਼ੀ ਕਰਨੀ। ਅਸੀਂ ਆਪਣੀ ਮਰਜ਼ੀ ਨਹੀਂ ਕਰਨੀ। ਬਾਣੀ ਤੋਂ ਦੇਖਣਾ ਕਿ ਗੁਰੂ ਮਹਾਰਾਜ ਨੂੰ ਕੀ ਪਸੰਦ ਹੈ। ਸੋ ਭਜਨ ਬੰਦਗੀ ਸਭ ਤੋਂ ਵੱਧ ਗੁਰੂ ਮਹਾਰਾਜ ਨੂੰ ਪਸੰਦ ਹੈ। ਸੇਵਾ ਹਰ ਇੱਕ ਨਹੀਂ ਕਰ ਸਕਦਾ। ਸੇਵਾ ਕਰਨ ਲਈ ਇੱਕ ਤਾਂ ਵੇਲ ਹੋਣੀ ਚਾਹੀਦੀ ਹੈ, ਇੱਕ ਸਰੀਰ ਫਿੱਟ ਫਾਰ ਹੋਣਾ ਚਾਹੀਦਾ ਹੈ, ਤਾਂ ਹੀ ਆਪਾਂ ਸੇਵਾ ਕਰਾਂਗੇ। ਆਪਾਂ ਢਿੱਲੇ ਮੱਠਿਆ ਕਿੱਥੋਂ ਸੇਵਾ ਕਰਾਂਗੇ? ਸਰੀਰ ਫਿੱਟ ਫਾਰ ਚਾਹੀਦਾ ਅਤੇ ਵੇਲ ਚਾਹੀਦੀ ਹੈ। ਪਰ ਭਜਨ ਬੰਦਗੀ ਵੇਲ ਨਹੀਂ ਵੀ ਹੈ ਤਾਂ ਵੀ ਮਨੁੱਖ ਤੁਰਦਾ ਫਿਰਦਾ ਲੇਟਿਆ ਬੈਠਾ ਭਜਨ ਬੰਦਗੀ ਕਰ ਸਕਦਾ ਹੁੰਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਭਜਨ ਬੰਦਗੀ ਪਹਿਲੇ ਨੰਬਰ 'ਤੇ ਹੈ, ਸੇਵਾ ਦੂਜੇ ਨੰਬਰ 'ਤੇ ਹੈ। ਸਿਮਰਨ ਅਤੇ ਸੇਵਾ ਠੀਕ ਹੈ। ਭਾਈ ਸਿਮਰਨ ਵੀ ਕਰੋ ਜੇ ਟਾਈਮ ਹੈ ਤਾਂ ਸੇਵਾ ਵੀ ਕਰੋ। ਸੋ ਗੁਰੂ ਮਹਾਰਾਜ ਕਹਿੰਦੇ ਗੌੜੀ ਮਹੱਲਾ ਪੰਜਵਾਂ। ਨਿਤ ਨਿਤ ਪ੍ਰਤ ਨਾਵਣ ਰਾਮ ਸਰ ਕੀਜੈ, ਝੋਲ ਮਹਾ ਰਸ ਹਰ ਅੰਮ੍ਰਿਤ ਪੀਜੈ। ਨਿਤ ਪ੍ਰਤ ਨਿਤਾ ਪ੍ਰਤੀ ਹਰ ਰੋਜ਼ ਨਾਵਣ ਇਸ਼ਨਾਨ ਕਰ। ਕਹਦਾ ਰਾਮ ਸਰ, ਰਾਮ ਦੇ ਸਰੋਵਰ ਵਿੱਚ। ਅਤੇ ਰਾਮ ਦਾ ਸਰੋਵਰ ਕੋਈ ਐ ਨਹੀਂ ਸਮਝਣਾ ਵੀ ਰਾਮਦਾਸ ਸਰੋਵਰ ਨਹਾਤੇ ਜੀ। ਰਾਮ ਦਾ ਸਰੋਵਰ ਹੈ ਪਰਮਾਤਮਾ ਦਾ ਨਾਮ। ਪਰਮਾਤਮਾ ਦੇ ਨਾਮ 'ਚ ਇਸ਼ਨਾਨ ਕਰਨ ਨਾਲ ਪਾਪ ਲੈਂਦੇ ਨੇ, ਸਰੋਵਰਾਂ 'ਚ ਨਹਾਉਣ ਨਾਲ ਨਹੀਂ ਲੈਂਦੇ। ਨਹੀਂ ਤਾਂ ਮੌਜਾਂ ਹੀ ਬੜੀਆਂ ਨੇ, ਪਾਪ ਕਰੀ ਜਾਓ ਸਰੋਵਰ ਜਾ ਕੇ ਨਹਾ ਲਓ ਜੀ। ਰਾਮ ਸਰ ਹੈ ਪਰਮਾਤਮਾ ਦਾ ਨਾਮ। ਹਰ ਰੋਜ਼ ਪਰਮਾਤਮਾ ਦੇ ਨਾਮ ਨਾਲ ਮਨ ਦਾ ਇਸ਼ਨਾਨ ਕਰਾਓ। ਸਰੀਰ ਦਾ ਇਸ਼ਨਾਨ ਤਾਂ ਪਾਣੀ ਨਾਲ ਹੁੰਦਾ ਹੈ, ਉਹ ਤਾਂ ਬਾਹਰੋਂ ਸਰੀਰ ਸਾਫ਼ ਹੋਏਗਾ, ਮਨ ਤਾਂ ਮੈਲਾ ਰਹਿ ਗਿਆ ਹੈ। ਮਨ ਦਾ ਇਸ਼ਨਾਨ ਕਰਾਉਣਾ ਨਾਮ ਨਾਲ। ਜਿਵੇਂ ਪਾਣੀ ਸਰੀਰ ਨੂੰ ਸਾਫ਼ ਕਰਦਾ ਹੈ, ਨਾਮ ਮਨ ਨੂੰ ਸਾਫ਼ ਕਰਦਾ ਹੈ। ਨਿਤ ਪ੍ਰਤ ਨਾਮਨ ਰਾਮ ਸਰ ਕੀਜੈ। ਰਾਮ ਦੇ ਸਰੋਵਰ ਵਿੱਚ ਪਰਮਾਤਮਾ ਦੇ ਨਾਮ ਵਿੱਚ ਹਰ ਰੋਜ਼ ਇਸ਼ਨਾਨ ਕਰੋ। ਫਿਰ ਕੀ ਹੋਏਗਾ? ਝੋਲ ਮਹਾ ਰਸ ਹਰ ਅੰਮ੍ਰਿਤ ਪੀਜੈ। ਪਿਆਰ ਸਹਿਤ ਹੌਲੀ ਹੌਲੀ ਨਾਮ ਰਸ ਪੀਓ। ਜੋ ਤੁਸੀਂ ਨਾਮ ਜਪੋਗੇ ਫਿਰ ਪਿਆਰ ਸਹਿਤ ਨਾਮ ਰਸ ਨੂੰ ਪੀਓ, ਚ ਰਸ ਆਉਣ ਲੱਗ ਜਾਏਗਾ। ਕਹਿੰਦੇ ਉਸ ਨਾਮ ਰਸ ਨੂੰ ਪੀਵੋ। ਨਿਰਮਲ ਉਦਕ ਗੋਬਿੰਦ ਕਾ ਨਾਮ। ਉਦਕ ਪਾਣੀ ਨੂੰ ਕਹਿੰਦੇ ਹਿੰਦੀ 'ਚ, ਹਿੰਦੀ ਪਾਣੀ ਨੂੰ ਕਹਿੰਦੇ ਉਦਕ।
परमात्मा का नाम पवित्र पानी है। परमात्मा का नाम पवित्र पानी है। पवित्र चीज़ ही दूसरे को पवित्र करती है। मैली चीज़ है दूजे को भी मैला कर देगी। परमात्मा का नाम पवित्र पानी है। मजन करत, मजन दे इशनान, मजन करत पूर्ण सब काम। तू इस नाम दे पानी च इशनान कर, तेरे सारे कारज रास हो जाएंगे। भाव तू नाम जप, तू नाम जप। नाम रूपी पानी पवित्र है। इस नाम रूपी पानी च तू इशनान कर, तेरे सारे कारज रास हो जाएंगे। भाव तू नाम जप, तेरे सारे कारज रास हो जाएंगे। निर्मल उदक गोविंद का नाम, निर्मल उदक गोविंद का नाम, निर्मल उदक गोविंद का नाम, निर्मल उदक गोविंद का नाम। मजन करत पूर्ण सब काम, मजन करत पूर्ण सब काम, करत पूर्ण सब काम, मजन करत पूर्ण सब काम। साढ़े काम अधूरे रहते हैं जी, कारज रास नहीं होंगे। गुरु मर के नाम जपो, तुहाडे कारज रास हो जाएंगे। संत संग तह गोष्ठ होए, कोट जन्म के किलविक खोए। जिथे संतां दी संगत च आके विचार वटांदरा हुंदा है, रब बारे गल्लां हुंदियां, गोष्ठी विचार वटांदरा हुंदा। संतां दी संगत दे विच, क्योंकि जो संत इकट्ठे हुंदे ने वो परमात्मा बारे विचारा करते हैं। संसारी बंदे इकट्ठे होंदे ने वो संसारक विचारां करते हैं। पोलीटिकल बंदे इकट्ठे होंदे ने और राजनीति दे विचारां करते हैं। जिहो जे बंदे होणगे उहो जी विचारां उन्हां दी होणगीਆਂ। ਜਦੋਂ ਸੰਤਾਂ ਦੀ ਸੰਗਤ 'ਚ ਆ ਕੇ ਬੰਦਾ ਪਰਮਾਤਮਾ ਬਾਰੇ ਵਿਚਾਰਾ ਕਰਦਾ ਹੈ, ਪਰਮਾਤਮਾ ਦੇ ਗੁਣ ਗਾਉਂਦਾ ਹੈ, ਫਿਰ ਕੀ ਹੁੰਦਾ? ਕੋਟ ਜਨਮ ਕੇ ਕਿਲਵਿਕ ਖੋਏ। ਕਿਲਵਿਕ ਹੁੰਦਾ ਪਾਪ, ਕਰੋੜਾਂ ਜਨਮਾਂ ਦੇ ਪਾਪ ਖਤਮ ਹੋ ਜਾਂਦੇ। ਸੋ ਜੇ ਸੰਗਤ ਦਾ ਬੜਾ ਵੱਡਾ ਅਸਰ ਪੈਂਦਾ ਹੈ। ਸਤ ਸੰਗਤ ਕਰਨਾ, ਫਿਰ ਬਾਣੀ ਪੜ੍ਹਨਾ, ਨਾਮ ਜਪਣਾ, ਇਹ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਬਾਦ ਕਿਸਮ ਨੂੰ ਤਾਂ ਸਤ ਸੰਗਤ ਮਿਲ ਨਸੀਬ ਹੀ ਨਹੀਂ ਹੁੰਦੀ। ਉਹ ਸੰਗਤ ਹੀ ਜਾਂਦਾ, ਆਪ ਵੀ ਬਰਬਾਦ ਹੁੰਦਾ, ਪਰਿਵਾਰ ਨੂੰ ਵੀ ਬਰਬਾਦ ਕਰਦਾ ਹੈ। ਇਹ ਤਾਂ ਸਾਡੇ ਵੱਡੇ ਭਾਗ ਨੇ। ਪਿਛਲੇ ਜਨਮਾਂ 'ਚ ਅਸੀਂ ਸ਼ੁਭ ਕਰਮ ਕੀਤੇ, ਉਹਨਾਂ ਸ਼ੁਭ ਕਰਮਾਂ ਦਾ ਪਰਮਾਤਮਾ ਸਾਨੂੰ ਦੇਣਾ ਸੀ ਫਲ, ਅਤੇ ਉਹ ਫਲ ਉਹਨੇ ਦਿੱਤਾ। ਜਾਓ ਭਾਈ ਸਤ ਸੰਗਤ ਕਰੋ, ਸਤਸੰਗ 'ਚ ਜਾਓ, ਉੱਥੇ ਆਪਣਾ ਬਾਣੀ ਪੜ੍ਹੋ, ਨਾਮ ਜਪੋ, ਉੱਥੇ ਤੁਹਾਨੂੰ ਸਮੱਤ ਮਿਲੇਗੀ। ਗੁਰੂ ਮਹਾਰਾਜ ਮੱਤ ਦੇਣਗੇ। ਸਿਮਰੈ ਸਾਧ ਕਰੈ ਆਨੰਦ, ਮਨ ਤਨ ਰਵਿਆ ਪਰਮਾਨੰਦ। ਸਾਧ ਕੀ ਕਰਦੇ ਨੇ? ਪਰਮਾਤਮਾ ਦਾ ਸਿਮਰਨ ਕਰਦੇ ਨੇ। ਸਿਮਰਨ ਕਰਨ ਕਰ ਆਨੰਦ ਮਾਣਦੇ ਨੇ। ਸਿਮਰਨ ਕਰਨਾ ਆਨੰਦ। ਇੱਕ ਤਾਂ ਹੁੰਦੀ ਖੁਸ਼ੀ, ਖੁਸ਼ੀ ਦਾ ਵਿਰੋਧੀ ਸ਼ਬਦ ਹੈ ਗਮੀ। ਆਨੰਦ ਦਾ ਕੋਈ ਵਿਰੋਧੀ ਸ਼ਬਦ ਹੀ ਨਹੀਂ ਹੈ। ਆਨੰਦ ਪਰਮਾਤਮਾ ਦੀ ਪ੍ਰਾਪਤੀ ਤੋਂ ਬਾਅਦ ਹੀ ਆਨੰਦ ਮਿਲਦਾ, ਉਹ ਤੋਂ ਪਹਿਲਾਂ ਤਾਂ ਖੁਸ਼ੀ ਮਿਲਦੀ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਪਰਮਾਤਮਾ ਲਈ ਵਰਤਿਆ ਗਿਆ ਹੈ। ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਹੁਣ ਮੈਨੂੰ ਆਨੰਦ ਹੀ ਆਨੰਦ ਹੈ। ਆਨੰਦ ਇੱਕ ਐਸੀ ਅਵਸਥਾ ਹੈ ਜਿੱਥੇ ਕਦੇ ਬੇਆਨੰਦ ਹੋ ਹੀ ਨਹੀਂ ਸਕਦਾ। ਦੇਖਣ ਨੂੰ ਜ਼ਿੰਦਗੀ ਦੁੱਖ ਆਈ ਜਾਣਗੇ, ਸਰੀਰਕ ਕਸ਼ਟ ਆਈ ਜਾਣਗੇ, ਮਨ ਆਨੰਦ 'ਚ ਰਹੇਗਾ। ਮਨ ਆਨੰਦ 'ਚ ਰਹੇਗਾ, ਉਹ ਦੁਖੀ ਨਹੀਂ ਹੋਵੇਗਾ। ਸਿਮਰੈ ਸਾਧ ਕਰੈ ਆਨੰਦ। ਸਾਧੂ ਜਿਹਨੇ ਨੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਅਤੇ ਆਨੰਦ ਮਾਣਦੇ ਨੇ। ਮਨ ਤਾਂ ਰਵਿਆ ਪਰਮਾਨੰਦ।
क्योंकि परम आनंद जो परमात्मा उन्होंने मन अते तन च वस जाता है। परमात्मा की याद उनके मन अते तन च वस जाती है, इसलिए वो आनंद च रहिंदे हैं। जब परमानंद ही अंदर वस गया है तो फिर आनंद तो आना ही आना है। जिसै प्राप्त हर चरण निधान, निधान खजाने नूं कहते हैं। परमात्मा के चरणों नूं खजाना किया गया है, परमात्मा के नाम नूं खजाना किया गया है। जिसनों परमात्मा के नाम रूपी खजाना प्राप्त हो जाए ना, नानक दास तिसै कुरबान। गुरु मर गया, असी उस तो कुरबान जाते हैं, असी उस तो बलिहार जाते हैं, असी उस तो सदके जाते हैं, असी उस तो वारे जाते हैं। गौड़ी महला पंजवां। सो किछ कर जित मैल न लागे। भाई वो काम कर जिस नाल तेरा मन मैला ना हो। कोई जदों असीं बुरा सोचते हैं मन मैला हुंदा, कोई बुरा कर्म करदे मन मैला हुंदा। फिर जब मन मैला हो जाता फिर ये सानूं चंगे काम कराउंदे ही नहीं साडे तो, क्योंकि 99% लोग तो मनमुख हुंदे ने। गुरमुख तो कोई विरला टामा हुंदा है, गुरमुख तो कोई विरला टामा हुंदा जिहदी जिंदगी वाकई गुरबाणी अनुसार होवे। साडी कुछ जिंदगी गुरबाणी अनुसार है, बाकी साडी अपनी मर्जी अनुसार है। अजे साडा थोड़ा हिस्सा गुरमुख है, बहुता हिस्सा मनमुखा वाला है। इस करके कोई ना कोई वक्त खड़ा रहिंदा। सो कहते सो किछ कर, वो कर जित मैल ना लगे। वो काम कर जिस ना तेरे मन नूं मैल ना लगे। तो किहड़ा काम है? हर कीर्तन में ये मन जागे। तू परमात्मा की सिफत सलाह कर, तेरा मन अज्ञानता दे विचों जाग उठेगा, तेरे मन नूं ज्ञान हो जाएगा। तो जदों नूं ज्ञान हो गया ना, उन्हें फिर माड़ा काम करना ही नहीं। असी अजे अज्ञानी हाँ, इसलिए साढ़े तो माड़े काम हो जाते हैं। जदों असी परमात्मा की भजन बंदगी करते रहे ये मन जाग पेगा, ये अज्ञानता की नींद विचों जाग पेगा। एक को सिमरना दूजा भाओ। एक परमात्मा का सिमरन करो, परमात्मा बिना किसी होर नूं प्यार ना करो। ये नहीं कि असीं कोई धीआं पुत छड़ देने ने किते को चलो चलो बाणी च लिखिया परमात्मा बिना होर किसी नूं प्यार नहीं करना, अज तो मैंने तुहानूं कोई प्यार नहीं करना। तो असीं अपने बच्चों नूं प्यार नहीं करते हैगे, असीं तो मोह करते। प्यार शरीरां नाल हो ही नहीं सकता, शरीरां नाल हमेशा मोह हुंदा है। प्यार परमात्मा नाल हुंदा, क्योंकि शरीर नहीं है। देखण नूं प्यार हुंदा है, आई लव यू, नो शरीर नाल प्यार है, शरीर नाल प्यार है। जिन्हें चेर शरीर नाल प्यार है, नहीं तो मेरा भरा टैची चुक्या पेके तुर गए, ऊंझ आई लव यू। वो तो शरीर नाल प्यार सी बस, अंदर तो है ही नहीं, अंदर मोह सी। शरीर नाल मोह है, चमड़ी चंगी लगी है मैं इहदे नाल विआह कराउणा, चमड़ी किसी चंगी लगी है मैं तो इस नाल विआह कराउणा। वो चमड़ी नाल विआह हो रहा, वो गुणां नाल कोई नहीं, गुणां तक जांदे ही कोई नहीं। एक लड़की ने जिद करके 5 साल लव करती रही किसी मुंडे नूं, जिद करके उन्हें उहदे नाल विआह करा लिया। चलो 2 महीने बाद आ गई, मैं तलाक लेना। मैं क्यों? ते तू तो 5 साल हूँ लव गए कि नशे करदा। मैं क्यों झूठ बोलदी, बकवास करदी कि तेनों 5 साल पता नहीं लगा नशे करदा? फिर तुसीं काहदा लव कीता है? बस ऊंज ही तमाशा बना रखा लोगों ने। इसलिए ये प्यार पूर कोई नहीं हैगा, ये सब मोह ने, ये शरीरक मोह ने, ये चम दे मोह ने। सो कहंदे एक को सिमरन दूजा पाओ। एक परमात्मा का सिमरन करो, होर किसी नूं प्यार ना करो। संत संग जप केवल नाम, संतां दी संगत जाके सिर्फ नाम जपोगे।
ਸੰਤਾਂ ਦੀ ਸੰਗਤ ਜਾ ਕੇ ਗੱਲਾਂ ਨਹੀਂ ਮਾਰੀਦੀਆਂ ਹੁੰਦੀਆਂ, ਸੰਤ ਤੋਂ ਲਾਭ ਉਠਾਈਦਾ ਹੈ। ਕੋਈ ਭਜਨ ਬੰਦਗੀ ਦੀ ਗੱਲ ਪੁੱਛੀ ਦੀ। ਮੈਂ ਕਈ ਵਾਰੀ ਥੜੀ ਸਾਹਿਬ ਲੱਗਿਆ ਕਿ ਮੈਂ ਤੁਸੀਂ ਯਾਰ ਐਡੇ ਵੱਡੇ ਮਹਾਂਪੁਰਖ ਨੇ, ਤੁਸੀਂ ਇਹਨਾਂ ਨਾਲ ਸਦਾ ਸੰਸਾਰਕ ਗੱਲਾਂ ਕਰਦੇ ਰਹਿੰਦੇ ਹੋ, ਕੋਈ ਲਾਭ ਉਠਾ ਲਓ, ਇਹਨਾਂ ਦਾ ਕੋਈ ਲਾਭ ਉਠਾ ਲਓ। ਸੰਤਾਂ ਨਾਲ ਸੰਸਾਰਕ ਗੱਲਾਂ ਨਹੀਂ ਕੀਤੀਆਂ ਜਾਂਦੀਆਂ ਹੁੰਦੀਆਂ, ਭਜਨ ਬੰਦਗੀ ਦੀ ਗੱਲਾਂ ਕੀਤੀਆਂ ਜਾਂਦੀਆਂ। ਉਹਨਾਂ ਕੋਲ ਹੁੰਦੀ ਭਜਨ ਬੰਦਗੀ ਹੈ, ਚਲੋ ਤਾਂ ਭਜਨ ਬੰਦਗੀ ਕਰਕੇ ਮਨੁੱਖ ਨੂੰ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ, ਜਿਸ ਕਰਕੇ ਲੋਕ ਆਪਣੇ ਕੰਮ ਕਰਵਾਉਣ ਆ ਜਾਂਦੇ ਨੇ। ਕੰਮ ਲਈ ਆਉਣਾ ਇੱਕ ਹੋਰ ਗੱਲ ਹੈ, ਗੱਲਾਂ ਬਾਤਾਂ ਮਾਰਨ ਲਈ ਆਉਣਾ ਇੱਕ ਹੋਰ ਗੱਲ ਹੈ। ਕੋਈ ਮੇਰੇ ਕੋਲ ਕੰਮ ਲਈ ਆਇਆ, ਬਾਬਾ ਜੀ ਅਰਦਾਸ ਕਰਾਉਣੀ ਹੈ, ਉਹ ਤਾਂ ਹੈ। ਕੋਈ ਬੈਠਾ ਅੱਧਾ ਘੰਟਾ ਗੱਲਾਂ ਹੀ ਮਾਰੀ ਜੇ ਸੰਸਾਰ ਗੱਲਾਂ। ਮੈਂ ਤਾਂ 3-4 ਮਿੰਟ ਤੋਂ ਵੱਧ ਗੱਲ ਹੀ ਨਹੀਂ ਕਰ ਸਕਦਾ ਹੈਗਾ। ਮੈਂ ਤਾਂ ਫੋਰਨ ਕੰਟਰੀ ਨੇ ਕਿਹਾ ਖਬਰਦਾਰ ਜੀ 3 ਮਿੰਟ ਤੋਂ ਵੱਧ ਮੇਰੇ ਨਾਲ ਮੋਬਾਈਲ 'ਤੇ ਗੱਲ ਕੀਤੀ, ਮੈਂ ਨਹੀਂ ਤੋਂ ਵੱਧ ਗੱਲ ਮੈਂ ਬੰਦ ਕਰ ਦੇਣਾ। ਆਪਣੀ ਸੰਖੇਪ ਜੀ ਜਿਹੜੀ ਗੱਲ ਕਰਨੀ ਮੇਰੇ ਨਾਲ ਕਰੋ। ਮੈਂ ਬਹੁਤੀ ਦੇਰ ਗੱਲਾਂ ਹੀ ਨਹੀਂ ਕਿਸੇ ਨਾਲ ਕਰ ਸਕਦਾ, ਮੈਨੂੰ ਗੱਲ ਹੀ ਨਹੀਂ ਔੜਦੀ, ਮੈਂ ਬੈਠਾ ਰਹਿਣਾ ਵੀ ਕੀ ਕਰਾਂ ਵੀ ਗੱਲ ਔੜੇ ਤੇ ਤਾਂ ਜੀ। ਭਜਨ ਬੰਦਗੀ ਵਾਲੇ ਕੋਲੇ ਜਾ ਕੇ ਸੰਸਾਰਕ ਗੱਲਾਂ ਕਰ ਕਰਕੇ ਨਾ ਆਪਣਾ ਸਮਾਂ ਖਰਾਬ ਕਰੀਦਾ, ਨਾ ਉਹਦਾ ਸਮਾਂ ਖਰਾਬ ਕਰੀਦਾ। ਭਜਨ ਬੰਦਗੀ ਵਾਲੇ ਦਾ ਟਾਈਮ ਜਿਹੜਾ ਬੜਾ ਕੀਮਤੀ ਹੁੰਦਾ ਹੈ। ਸੋ ਤਾਂ ਕਹਿੰਦੇ ਨੇ ਉਹ ਸੰਤ ਸੰਗ ਜਪ ਕੇਵਲ ਨਾਮ, ਸੰਤਾਂ ਦੀ ਸੰਗਤ ਚੱਕ ਕੇ ਸਿਰਫ ਪਰਮਾਤਮਾ ਦਾ ਕਹਿੰਦੇ ਨਾਮ ਜਪੋ। ਕਰਮ ਧਰਮ ਨੇਮ ਬ੍ਰਤ ਪੂਜਾ, ਪਾਰ ਬ੍ਰਹਮ ਬਿਨ ਜਾਣ ਨਾ ਦੂਜਾ। ਲੋਕ ਧਾਰਮਿਕ ਕਰਮ ਕਰਦੇ ਨੇ, ਕਈ ਪ੍ਰਕਾਰ ਦੇ ਨੇਮ ਚੱਕਦੇ ਨੇ, ਵਰਤ ਰੱਖਦੇ ਨੇ, ਮੂਰਤੀ ਪੂਜਾ ਕਰਦੇ ਨੇ। ਕਹਿੰਦੇ ਨਹੀਂ, ਪਰਮਾਤਮਾ ਦੇ ਬਰਾਬਰ ਕਿਸੇ ਹੋਰ ਨੂੰ ਸਮਝਣਾ ਹੀ ਨਹੀਂ ਹੈ। ਪਰਮਾਤਮਾ ਦੇ ਨਾਮ ਦੇ ਵਿੱਚ ਹੀ ਸਭ ਕੁਛ ਹੈ। ਜੋ ਪਰਮਾਤਮਾ ਦਾ ਨਾਮ ਜਪਦਾ ਉਹਨੂੰ ਕੋਈ ਫਜ਼ੂਲ ਦੇ ਕੰਮ ਕਰਨ ਦੀ ਲੋੜ ਨਹੀਂ ਹੈਗੀ, ਉਹਨੂੰ ਕੋਈ ਸਰੋਵਰਾਂ ਤੀਰਥਾਂ ਜਾ ਕੇ ਨਹਾਉਣ ਦੀ ਲੋੜ ਨਹੀਂ, ਉਹਨੂੰ ਕੋਈ ਵਰਤ ਰੱਖਣ ਦੀ ਲੋੜ ਨਹੀਂ, ਉਹਨੂੰ ਕੋਈ ਗ੍ਰਹਿਣਾਂ 'ਤੇ ਜਾਣ ਦੀ ਲੋੜ ਨਹੀਂ। ਸਹਿ ਸਭ ਆਪਣੇ ਪਰਮਾਤਮਾ ਦੇ ਨਾਮ ਜਪਦੇ ਰਹੋ। ਭਗਤਾਂ ਦੇ ਜੀਵਨ ਸਾਡੇ ਸਾਹਮਣੇ ਨੇ, ਉਹ ਕਿਤੇ ਗਏ ਹੀ ਨਹੀਂ ਹੈਗੇ। ਉਹਨਾਂ ਨੇ ਨਾਮ ਲੈ ਲਿਆ, ਬਸ ਆਪਣੇ ਪਰਿਵਾਰਕ ਨੂੰ ਸਾਂਭਦੇ, ਪਰਿਵਾਰ ਪਾਲਿਆ ਉਹਨਾਂ ਨੇ, ਪਰਿਵਾਰਕ ਕੰਮ ਕੀਤੇ ਨੇ, ਆਪਣੇ ਨਾਲ ਨਾਮ ਜਪਿਆ ਬਸ। ਕੋਈ ਕਿਤੇ ਆਉਂਦੇ ਹੀ ਨਹੀਂ ਵੀ ਫਲਾਣਾ ਭਗਤ ਜੀ ਤੁਰਿਆ ਜਾਂਦਾ ਸੀ ਜੀ ਉੱਥੇ ਇਸ਼ਨਾਨ ਕਰਨ ਜੀ, ਫਲਾਣੇ ਥਾਂ 'ਤੇ ਜਾਂਦਾ ਸੀ। ਨਾ ਵਿਚਾਰੇ ਰੋਜ਼ ਆਪਣੇ ਗੁਰੂ ਨੂੰ ਮਿਲ ਸਕੇ। ਗੁਰੂ ਤਾਂ ਗੁਰਮੰਤਰ ਹੀ ਮਸਾਲੇ ਮਿਲਣਾ ਕਿੱਥੇ ਸੀ ਕਿਸੇ ਨੂੰ। ਬਸ ਉਹ ਗੁਰਮੰਤਰ ਨੂੰ ਮਿਲ ਗਿਆ, ਆਪਣਾ ਜਾਪ ਕਰਦੇ ਰਹੇ, ਆਪਣੇ ਪਰਿਵਾਰਕ ਡਿਊਟੀਆਂ ਦਿੰਦੇ ਰਹੇ, ਇੱਕ ਦਿਨ ਭਗਤ ਬਣ ਗਏ। ਭੱਜ ਨੱਠ ਕਰਨ ਦੀ ਲੋੜ ਨਹੀਂ, ਵਿਅਰਥ ਪੈਵੇਂ ਦੌੜਨ ਦੀ ਲੋੜ ਨਹੀਂ ਹੈਗੇ। ਤੁਸੀਂ ਜਿੱਥੇ ਵੀ ਹੋ ਉੱਥੇ ਬਹਿ ਜਾਓ, ਉੱਥੇ ਸਭ ਕੁਛ ਹੈ। ਜਿੱਥੇ ਤੁਸੀਂ ਹੋ ਉੱਥੇ ਹੀ ਪਰਮਾਤਮਾ ਆ ਜਾਏਗਾ। ਇਹ 'ਚ ਕਿਹੜੀ ਗੱਲ ਹੈ? ਜਗਰ ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਜਿੱਥੇ ਬੈਠ ਕੇ ਤੁਸੀਂ ਨਾਮ ਜਪੋਗੇ ਉੱਥੇ ਪਰਮਾਤਮਾ ਮਿੱਤਰ ਬਣ ਕੇ ਆ ਜਾਏਗਾ। ਜੇ ਬਾਣੀ ਤੁਸੀਂ ਪਿਆਰ ਨਾਲ ਪੜ੍ਹ ਰਹੇ ਹੋ, ਗੁਰੂ ਮਹਾਰਾਜ ਨੇ ਉੱਥੇ ਤੁਹਾਡੇ ਕੋਲ ਆ ਜਾਣਾ ਹੈ। ਗੱਲ ਤੇ ਅੰਦਰ ਪਿਆਰ ਦੀ ਹੈ ਕਿ ਕੀ ਫਾਹਾ ਵੱਢਿਆ ਜਾ ਰਿਹਾ ਕਿ ਪਿਆਰ ਨਾਲ ਪੜ੍ਹੀ ਜਾ ਰਹੀ ਹੈ। ਗੱਲ ਤੇ ਪਿਆਰ ਦੀ ਹੈ। ਜੇ ਪਿਆਰ ਨਾਲ ਬਾਣੀ ਪੜ੍ਹ ਰਹੇ ਹੋ, ਗੁਰੂ ਮਹਾਰਾਜ ਉੱਥੇ ਆ ਜਾਣਾ ਤੁਹਾਡੀ ਬਾਣੀ ਸੁਣ ਵੀ ਕਿਆ ਆਵਾਜ਼ ਹੈ, ਕਿੰਨੇ ਪਿਆਰ ਨਾਲ ਬਾਣੀ ਪੜ੍ਹ ਰਿਹਾ ਹੈ। ਇਹ ਪਿਆਰ ਦੇ ਵਿੱਚ ਬੜੀ ਖਿੱਚ ਹੁੰਦੀ ਹੈ, ਬੜੀ ਤਾਕਤ ਹੁੰਦੀ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਤਾਕੀ ਪੂਰਨ ਹੋਈ ਘਾਲ, ਜਾ ਕੀ ਪ੍ਰੀਤ ਆਪਣੇ ਪ੍ਰਭ ਨਾਲ। ਜਿਹਦਾ ਪਰਮਾਤਮਾ ਨਾਲ ਪਿਆਰ ਹੈ ਨਾ, ਉਹਦੀ ਘਾਲਣਾ ਸਫਲ ਹੋ ਗਈ ਹੈ, ਉਹਦੀ ਮਿਹਨਤ ਸਫਲ ਹੋ ਗਈ। ਜੋ ਉਹਨੇ ਭਜਨ ਬੰਦਗੀ ਜੀ ਕੀਤੀ ਸੀ ਮਿਹਨਤ, ਉਹਦੀ ਘਾਲਣਾ ਪੂਰੀ ਹੋ ਗਈ, ਕਿਉਂਕਿ ਉਹਦਾ ਪਰਮਾਤਮਾ ਦੇ ਨਾਲ ਉਹਦਾ ਪਿਆਰ ਪੈਦਾ ਹੋ ਗਿਆ। ਸੋ ਵੈਸਨੂੰ ਹੈ ਅਪਰ ਅਪਾਰ, ਕੋ ਨਾਨਕ ਜਿਨ ਤਜੇ ਬਿਕਾਰ। ਆਮ ਤੌਰ 'ਤੇ ਆਪਾਂ ਵੈਸ਼ਨੂੰ ਕਿਹਨੂੰ ਕਹਿੰਦੇ? ਜਿਹੜਾ ਮੀਟ ਆਂਡਾ ਸ਼ਰਾਬ ਨਾ ਵਰਤੇ, ਕਹਿੰਦੇ ਵੈਸ਼ਨੂੰ। ਗੁਰੂ ਮਹਾਰਾਜ ਕਹਿੰਦੇ ਵੱਡਾ ਵੈਸ਼ਨੂੰ ਕੌਣ ਹੈ? ਜਿਨ ਤਜੇ ਬਿਕਾਰ, ਜਿਹਨੇ ਬੁਰਾਈਆਂ ਛੱਡਤੀਆਂ। ਅਸਲ ਵੈਸ਼ਨੂੰ ਉਹ ਹੈ ਜਿਹਨੇ ਬੁਰਾਈਆਂ ਹੀ ਛੱਡ ਦਿੱਤੀਆਂ ਨੇ। ਇਹ ਨਹੀਂ ਕਿ ਮੀਟ ਛੱਡ ਦੇ ਅਤੇ ਸ਼ਰਾਬ ਛੱਡ ਦੇ ਅਤੇ ਹੋਰ ਆਪਣਾ ਮਿਲਾਵਟਾਂ ਕਰੀ ਜਾਓ, ਚੋਰੀਆਂ ਕਰੀ ਜਾਓ, ਠੱਗੀਆਂ ਕਰੀ ਜਾਓ। ਨਹੀਂ, ਕਿਉਂ ਜੇ ਅਸੀਂ ਵੈਸ਼ਨੂੰ ਹਾਂ ਜੀ? ਨਹੀਂ, ਹਰ ਪ੍ਰਕਾਰ ਦੀ ਬੁਰਾਈ ਛੱਡ ਦੇਣੀ ਹੈ।
सो वैष्णो है अपर अपार, भाव बहुत वड्डा, वो वैष्णु बहुत वड्डा है। कहो नानक जिन तजे विकार, जिसने बुराइयां छड़ दी। सो वैष्णु है अपर अपार, सो वैष्णु है अपर अपार, सो वैष्णु है अपर अपार, सो वैष्णु है अपर अपार। कहो नानक जिन तजे विकार, कहो नानक जिन तजे विकार, जिन तजे विकार, कहो नानक जिन तजे विकार। सो भाई बुराइयां छड़नियां ने, बुराइयां छड़ के नाम जपना है, समा पा के सब कुछ ठीक हो जाएगा। गुरु महाराज कृपा करना समा हो गया। वाहिगुरु जी का खालसा, वाहिगुरु जी की